सब तो पहला मैं ਸਾਰੇ ਸਾਡੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਅੱਜ ਅਸੀਂ ਜਿਹੜੀਆਂ ਸਾਰੀਆਂ ਆਪਣੀਆਂ ਪੋਲੀਟੀਕਲ ਬਾਉਂਡਰੀਜ਼ ਨੇ ਉਹਨਾਂ ਨੂੰ ਕ੍ਰਾਸ ਕਰਕੇ ਅਸੀਂ ਆਪਣੀ ਯੂਨੀਵਰਸਿਟੀ ਲਈ ਜਿੱਥੋਂ ਅਸੀਂ ਨਿਕਲ ਕੇ ਅੱਜ ਕਿਸੇ ਮੁਕਾਮ ਤੇ ਪਹੁੰਚ ਸਕੇ ਹਾਂ ਉਹ ਸਾਰੀਆਂ ਪੋਲੀਟੀਕਲ ਬਾਉਂਡੇਸ਼ਨ ਨੂੰ ਖਤਮ ਕਰਕੇ ਅੱਜ ਅਸੀਂ ਸਾਰੇ ਆਪਣੀ ਯੂਨੀਵਰਸਿਟੀ ਲਈ ਇੱਕ ਮੰਚ ਤੇ ਬੈਠੇ ਹਾਂ ਤੇ ਮੈਂ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਸਾਡੇ ਪ੍ਰੈਜ਼ੀਡੈਂਟ ਸਾਹਿਬ ਸੁਰਜੀਤ ਸਿੰਘ ਨਾਗਰਾ ਜੀ ਮਲਵਿੰਦਰ ਸਿੰਘ ਕੰਗ ਜੀ ਸੰਤੋਖਿੰਦਰ ਨਾਭਾ ਜੀ ਨੇ ਕਾਫੀ ਡਿਟੇਲ ਦੇ ਵਿੱਚ ਜਿਹੜੀ ਇਹ ਸਾਰੀ ਗੱਲਬਾਤ ਕਰੀ ਆ ਤੇ ਅੱਜ ਦੀ ਜਿਹੜੀ ਸਾਡੀ ਇਸ ਟਾਈਮ ਸਟੂਡੈਂਟ ਲੀਡਰਸ਼ਿਪ ਆ ਉਹ ਵੀ ਅੱਜ ਸਾਰੀ ਇਸ ਧਰਮ ਦੇ ਵਿੱਚ ਮੌਜੂਦ ਆ ਤੇ ਮੈਂ ਤਾਂ ਸਿਰਫ ਇੱਕੋ ਗੱਲ ਕਰਕੇ ਆਪਣੀ ਗੱਲ ਖਤਮ ਕਰੂੰਗਾ ਬੜੇ ਕੁਰਬਾਨੀਆਂ ਦੇ ਕੇ ਬਹੁਤ ਇਤਿਹਾਸ ਜਿਹੜਾ ਅੱਜ ਇਸ ਚੀਜ਼ ਦਾ ਗਵਾਹ 1947 ਦੇ ਵਿੱਚ ਅਸੀਂ ਨੇ ਆਜ਼ਾਦੀ ਲਈ ਆ ਤੇ ਅੱਜ ਬੀਜੇਪੀ ਗਵਰਨਮੈਂਟ ਦੁਬਾਰਾ ਉਹੀ ਹਾਲ ਪੈਦਾ ਕਰ ਰਹੀ ਆ ਕਿ ਲੋਕਾਂ ਨੂੰ ਜਿਹੜੀ ਉਹਦੀ ਵੋਟ ਦੀ ਤਾਕਤ ਜਿਹੜੀ ਲੜ ਕੇ ਆਪਾਂ ਨੇ ਲਈ ਸੀ ਕਿ ਡੈਮੋਕ੍ਰੈਟਿਕ ਕੰਟਰੀ ਨੂੰ ਆਪਾਂ ਨੇ ਬਣਾਇਆ ਸੀ ਭਾਰਤ ਦੇਸ਼ ਨੂੰ ਬਣਾਇਆ ਸੀ ਅੱਜ ਸਿਰਫ ਆਪਦੇ ਕੁਝ ਬੰਦਿਆਂ ਨੂੰ ਫਾਇਦਾ ਦੇਣ ਲਈ ਜਾਂ ਸਿਰਫ ਆਪਣੀ ਪੋਲੀਟੀਕਲ ਪਾਰਟੀ ਤੇ ਨੁਮਾਇੰਦਿਆਂ ਨੂੰ ਫਾਇਦਾ ਦੇਣ ਲਈ ਜਿਹੜਾ ਇੱਥੋਂ ਇੰਨਾ ਵੱਡਾ ਇਹ ਡਿਸੀਜਨ ਲੈ ਰਹੇ ਨੇ ਤੇ ਇਹ ਬੜੀ ਮੰਦਭਾਗੀ ਗੱਲ ਆ ਤੇ ਅੱਜ ਅਸੀਂ ਸਾਰੇ ਇਸ ਮੰਚ ਦੇ ਉੱਪਰ ਇਕੱਠੇ ਆ ਤੇ ਅਸੀਂ ਸਾਰੇ ਵਿਚਾਰ ਵਟਾਂਦਰਾ ਕਰਕੇ ਜਿਹੜਾ ਆਪਣਾ ਇਹ ਸੰਘਰਸ਼ ਆ ਇਹਨੂੰ ਹੋਰ ਵਧੀਆ ਤਰੀਕੇ ਨਾਲ ਦੇਖਾ ਕਰਾਂਗੇ ਤੇ ਬਿਲਕੁਲ ਇਹ ਧੱਕਾ ਕਦੇ ਨਹੀਂ ਹੋਣ ਦੇਵਾਂਗੇ ਕਿਉਂਕਿ ਇਹ ਜਿਹੜੇ ਸੀਨੀਅਰਸ ਨੇ ਇਹ ਇਸ ਚੀਜ਼ ਦਾ ਐਡਵਾਈਜ਼ਰ ਸਾਹਿਬ ਨੂੰ ਮਿਲਿਆ ਪੂਰੀ ਗੱਲ ਕੀਤੀ ਉਹਨਾਂ ਨੇ ਕਿਤੇ ਵੀ ਸਾਨੂੰ ਕਾਊਂਟਰ ਨਹੀਂ ਕੀਤਾ ਕਿਤੇ ਵੀ ਨਹੀਂ ਕਿਹਾ ਕਿ ਤੁਸੀਂ ਗਲਤ ਹੋ ਇਹੋ ਹੀ ਕਿਹਾ ਵੀ ਠੀਕ ਹੈ ਅਸੀਂ ਤੁਹਾਡੀ ਗੱਲ ਸਮਝ ਗਏ ਅਸੀਂ ਆਪਣੇ ਐਡਮਿਨਿਸਟ੍ਰੇਟਰ ਨਾਲ ਗੱਲ ਕਰਦੇ ਹਾਂ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਇੰਨੇ ਮਹੀਨਿਆਂ ਤੋਂ ਸਾਡੀ ਗੱਲ ਖੜੀ ਹੈ ਔਰ ਕੋਈ ਵੀ ਵਾਈਸ ਚਾਂਸਲਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਡਾਇਲਾਗ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਇਨਵੀਟੇਸ਼ਨ ਨਹੀਂ ਹੈ ਔਰ ਇਹ ਬਹੁਤ ਵੱਡੀ ਐਰੋਗੈਂਸ ਹੈ ਇਹ ਬਹੁਤ ਵੱਡੀ ਇਰਰਿਸਪੌਂਸਿਬਲ ਅਪਰੋਚ ਹੈ ਜਿਹੜੀ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਵਾਈਸ ਚਾਂਸਲਰ ਦੇ ਪਾਰਟ ਤੇ ਜਾਂ ਉਹਦੀ ਕੋਟਰੀ ਦੇ ਪਾਰਟ ਤੇ ਹੈ ਸੋ ਦੋਸਤੋ ਅਸੀਂ ਅਗਰ ਅੱਜ ਆਏ ਹਾਂ ਤੇ ਆਪਣਾ ਅਗਰ ਕੱਲ ਨੂੰ ਕੀ ਹੁੰਦਾ ਨਹੀਂ ਹੁੰਦਾ ਪਰ ਅਸੀਂ ਕਦੀ ਆਪਣੀ ਆਤਮਾ ਨੂੰ ਮਾਫ ਨਹੀਂ ਕਰ ਸਕਾਂਗੇ ਜੇ ਅਸੀਂ ਅੱਜ ਜਾ ਕੇ ਲੜਾਈ ਨਾ ਲੜੀਏ ਅਖੀਰ ਤੱਕ ਲੜਾਂਗੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜਿੱਤਾਂਗੇ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਅੱਜ ਤੱਕ ਸਾਰੀ ਦੁਨੀਆ ਵਿੱਚ ਡਿਕਟੇਟਰਸ਼ਿਪ ਖਤਮ ਹੈ ਕਿੰਗਸ਼ਿਪ ਖਤਮ ਹੈ ਔਰ ਡੈਮੋਕ੍ਰੈਟਿਕ ਵਰਲਡ ਹੈ ਔਰ ਇੱਥੇ ਡੈਮੋਕ੍ਰੈਟਿਕ ਹਾਊਸ ਨੂੰ ਖਤਮ ਕਰਕੇ एक इस तरह की डिक्टेटरशिप होवे ये बिल्कुल भी सानू एक्सेप्टेबल नहीं है जी हमें सर को मिलना है आज मिलना है जब तक नहीं मिलेंगे यहाँ बैठे बस मिल के जाना है हमारी एक हाँ जी 11 का ले लो मिल के जाएंगे शुरू होया काम ਅਸੀਂ ਤਾਂ ਅੱਜ ਉਰੇ ਬੈਠਣਾ ਹੈ ਜੀ ਨਹੀਂ ਮਿਲੇਗਾ ਅਸੀਂ ਬੈਠੇ ਉਰੇ ਸਿੱਧੀ ਗੱਲ ਹੈ ਅਸੀਂ ਤਾਂ ਬਹਿ ਜਾਣਾ ਤੁਹਾਨੂੰ ਮੈਂ ਨਹੀਂ ਕਰਦਾ ਸੀ ਗੱਡੀ ਗਈਓ ਵੀ ਬਹਿ ਜਾਣਾ ਮਜ਼ਾਕ ਬਣਾ ਰੱਖਿਆ ਹਰ ਚੀਜ਼ ਦਾ हर गल तो मेमोरेंडम दे दो मेमोरेंडम दे दो बाहर आओ गल कर लेंगे मेमोरेंडम वाइस चांसलर मुर्दाबाद 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 वाइस चांसलर मुर्दाबाद 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 संजीवी मुर्दाबाद 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 संजीवी मुर्दाबाद 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 वाइस चांसलर बाहर आओ संजीवी डरता है मुर्दाबाद मुर्दाबाद वाइस चांसलर मुर्दाबाद शर्म नहीं तो दूर करो वाइस चांसलर मुर्दाबाद 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 वाइस चांसलर मुर्दाबाद 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 वाइस चांसलर हाय 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 करेगी वाइस चांसलर हाय 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 वाइस चांसलर मुर्दाबाद 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 संजीवी मुर्दाबाद 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 संजीवी हाय 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 संजीवी हाय 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 संजीवी मुर्दाबाद 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 तानाशाही नहीं चलेगी नहीं चलेगी नहीं चलेगी धक्केशाही नहीं चलेगी नहीं चलेगी नहीं चलेगी वाइस चांसलर बाहर आओ बाहर आओ वाइस चांसलर मुर्दाबाद 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 मोदी सरकार मुर्दाबाद मुर्दाबाद मुर्दाबाद
बीजेपी सरकार हाय हाय नहीं चलेगी मोदी सरकार मुर्दाबाद मेरे इकट्ठे चलो सारे यार भाई बन के यार चक लो यार तानाशाही नहीं चलेगी तानाशाही नहीं चलेगी तानाशाही नहीं चलेगी मोदी सरकार हाय हाय मोदी सरकार मुर्दाबाद मोदी धक्केशाही नहीं चलेगी धक्केशाही नहीं चलेगी विद्यार्थी एकता जिंदाबाद 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 विद्यार्थी एकता जिंदाबाद 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 बीजेपी सरकार हाय हाय वाइस चांसलर मुर्दाबाद 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 वाइस चांसलर हाय चलाना हैगा गवर्निंग बॉडी है मोदी सरकार मुर्दाबाद 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 मोदी सरकार हाय हाय मोदी सरकार मुर्दाबाद 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 मोदी सरकार मुर्दाबाद 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 मोदी सरकार हाय हाय मोदी सरकार हाय साडा एकता जिंदाबाद 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 साडा एकता जिंदाबाद मोदी सरकार आया नीचे वाइस चांसलर बाहर वाइस चांसलर बाहर धक्केशाही बंद करो मौजी यार लग जाएंगे क्या यार पेट में चुभ गए ना मुश्किल हो जाएगी मुर्दाबाद मुर्दाबाद या तो सानू अंदर जाना ना यार अरे यार संघी वीसी मुर्दाबाद 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 संघी वीसी शर्म करो शर्म नहीं तो डूब मरो संघी वीसी मुर्दाबाद संघी वीसी मुर्दाबाद वीसी हमसे डरता है पुलिस को आगे डरता है वीसी राहुल मार छाड़म ਹੋਣੀ ਚਾਹੀਦੀ ਹੈ ਕੋਈ ਨਹੀਂ ਤੁਸੀਂ ਹੁਣ ਸਾਨੂੰ ਇੱਥੋਂ ਟਪਾਉਣਾ ਚਾਹੁੰਦੇ ਹੋ ਹੈਂ? ਤੁਸੀਂ ਨਹੀਂ ਤਾਂ ਅਸੀਂ ਜੇ ਤੁਹਾਨੂੰ ਇਹ ਆ ਅਸੀਂ ਅੰਦਰ ਆ ਜਾਂਦੇ ਆ ਅਸੀਂ 5-6 ਜਣੇ ਅੰਦਰ ਆ ਜਾਂਦੇ ਆ
ਨਹੀਂ ਅਸੀਂ ਉਰੇ ਬਾਹਰ ਆਏ ਉਹ ਯਾਰ ਗੱਲ ਕਰਨੀ ਹੈ ਕਿ ਨਹੀਂ ਕਰਨੀ ਤੁਸੀਂ ਬਾਹਰ ਹੀ ਆਣਾ ਹੈਲੋ ਨੌਕਰ ਲਾਇਆ ਸਰਕਾਰ ਦੇ ਉਹ ਯਾਰ ਗੱਲ ਤਾਂ ਸੁਣ ਲਓ ਗੱਲ ਉਹਨੇ ਕਰਨੀ ਹੈ ਕਿ ਨਹੀਂ ਇੱਥੇ ਕੌਣ ਗੱਲ ਕਰੂਗਾ ਤੁਸੀਂ ਗੱਲ ਕਰੋਗੇ ਜੀ नहीं सर आना पड़ेगा आपको बात सुनने एक मिनट भाई गोल्डी भाई आ जाओ यार भाई गलती सर मेरे पीछे और तुसी दा पीछे हो यार तुसी गल करनी है और पीछे हो तुसी दो मिनट तुसी पीछे हो माहौल बनावांगे एक मिनट पहले पीछे हो प्लीज तुसी पीछे हो पहले सिक्योरिटी गार्ड साहब पता है मैं जिन्होंने गल करनी आ जाओ वाइस चांसलर साहब भाई सर मैं कुलजीत सिंह नागरा मैं फॉर्मर स्टूडेंट हूँ जी यहाँ का और स्टूडेंट लीडर भी रहा हूँ एमएलए हूँ पंजाब का हमारे साथ तकरीबन 4 एमएलए और हैं पंजाब के और एक्स स्टूडेंट लीडर हैं सारे हमारे यहाँ से और काफी एक्स स्टूडेंट यूनियन के प्रेसिडेंट यहाँ के हैं आपके साथ जो मेन हमारा आज का जो एक कैंडल मार्च था जो काफी दिनों से एक मिनट सुनिए जो काफी दिनों से पिछले जो पंजाब यूनिवर्सिटी का जो पंजाब यूनिवर्सिटी का ਕਦੇ ਫੰਡਸ ਦਾ ਬਹਾਨਾ ਲਗਾਇਆ ਜਾ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਸਟੂਡੈਂਟਸ ਨਾਲ ਤੇ ਸਾਡੇ ਇੱਕ ਫੈਡਰਲ ਢਾਂਚੇ ਦੇ ਨਾਲ ਜਿਹੜਾ ਸਾਡਾ ਇਹ ਇੱਕ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਅੱਜ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਆਪਣੀ ਇੱਕ ਪਹਿਲਾ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਬਾਅਦ ਅੱਜ ਜਿਹੜਾ ਆਪਾਂ ਨੇ ਕੈਂਡਲ ਮਾਰਚ ਦਾ ਜਿਹੜਾ ਸਿਸਟਮ ਰੱਖਿਆ ਸੀ ਤਾਂ ਕਿ ਆਪਾਂ ਇਹਨਾਂ ਦੇ ਕੰਨ ਖੋਲ ਸਕੀਏ ਇਹਨਾਂ ਦੀਆਂ ਅੱਖਾਂ ਖੋਲ ਸਕੀਏ ਕਿ ਅਸੀਂ ਜਿਹੜਾ ਇਸ ਸਿਸਟਮ ਨੂੰ ਕਤਈ ਵੀ ਬਰਦਾਸ਼ਤ ਨਹੀਂ ਕਰਾਂਗੇ ਜੋ ਸਾਡੇ ਸਟੂਡੈਂਟਸ ਦੇ ਨਾਲ ਜਾਂ ਸਾਡੀ ਯੂਨੀਵਰਸਿਟੀ ਦੇ ਨਾਲ ਅਸੀਂ ਅੱਜ ਜੋ ਵੀ ਹਾਂ ਇਸ ਮਿੱਟੀ ਦੀ ਬਦੌਲਤ ਹਾਂ ਇਸ ਧਰਤੀ ਦੀ ਬਦੌਲਤ ਹਾਂ ਅੱਜ ਅਸੀਂ ਚਾਹੇ ਐਮਐਲਏ ਆ ਜਾਂ ਆਪਾਂ ਕਿਸੇ ਵੀ ਜਗ੍ਹਾ ਤੇ ਚਾਹੇ ਕੋਈ ਪ੍ਰੋਫੈਸਰ ਸਾਹਿਬਾਨ ਨੇ ਤਾਂ ਯੂਨੀਵਰਸਿਟੀ ਦੇ ਕੱਲੇ-ਕੱਲੇ ਦਰਖਤ ਨਾਲ ਕੱਲੇ-ਕੱਲੇ ਪੇੜ ਨਾਲ ਸਾਡੀ ਮੁਹੱਬਤ ਆ ਜੇ ਸਾਡੀ ਮੁਹੱਬਤ ਇਹਦੇ ਨਾਲ ਆ ਤੇ ਅਸੀਂ ਭੁੱਲੇ ਨਹੀਂ ਹੈਗੇ ਪੁਰਾਣੇ ਸੰਘਰਸ਼ ਕਰਨੇ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਆਪਾਂ ਸਾਰੀਆਂ ਪੋਲੀਟੀਕਲ ਬਾਉਂਡਰੀਜ਼ ਨੂੰ ਪਾਰ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਆ ਤੇ ਸਾਰੇ ਜਿਹੜਾ ਆਪਾਂ ਇਕੱਠੇ ਹੋ ਕੇ ਇੱਥੇ ਪਹੁੰਚੇ ਤੇ ਆਪਣੀ ਆਪਣੀ ਆਵਾਜ਼ ਰੱਖੀ ਤੇ ਹੁਣ ਜਿਹੜੀ ਆਪਣੀ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਆ ਉਹ ਅਗਲਾ ਜੋ ਵੀ ਪਲਾਨ ਕਰੂਗੀ ਤੇ ਆਪਾਂ ਇਸ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਆਪਾਂ ਹੋਰ ਵੀ ਵਧੀਆ ਤਰੀਕੇ ਨਾਲ ਜਿਹੜੀ ਆਪਣੀ ਲੜਾਈ ਨੂੰ ਇੱਕ ਵਧੀਆ ਤਰੀਕੇ ਨਾਲ ਜਿਹੜਾ ਅਗਾਂਹ ਨੂੰ ਲੈ ਕੇ ਜਾਣਾ ਤੇ ਆਪਣੀ ਜਿਹੜੀ ਗੱਲ ਆ ਉਹ ਮੈਨੂੰ ਕਿਤੇ ਨਾ ਕਿਤੇ ਇਹ ਸ਼ੱਕ ਵੀ ਲੱਗਦਾ ਕਿ ਜਿਹੜਾ ਚੰਡੀਗੜ੍ਹ ਦੇ ਉੱਪਰ ਹੱਕ ਆ ਉਹ ਪੰਜਾਬ ਦਾ ਹੱਕ ਨੂੰ ਕਿਤੇ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਜਦੋਂ ਇਹਨਾਂ ਦੇ ਬਣਾਏ ਹੋਏ ਨੋਮੀਨੇਟ ਕਰੇ ਅੱਜ ਆਪਾਂ ਸਾਰੇ ਜਿਸ ਮਕਸਦ ਦੇ ਨਾਲ ਇੱਥੇ ਆਏ ਆ ਮੇਰੇ ਤੋਂ ਪਹਿਲਾਂ ਬੋਲਦਿਆਂ ਹੋਇਆ ਸਾਰੇ ਸਾਥੀਆਂ ਨੇ ਦੱਸਿਆ ਆ ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਤਾਇਦ ਕਰਦਾ ਆ ਔਰ ਇਸ ਯੂਨੀਵਰਸਿਟੀ ਦੀ ਜੋ ਮਹਾਨਤਾ ਆ ਜੋ ਇਸ ਯੂਨੀਵਰਸਿਟੀ ਦਾ ਹਿੰਦੁਸਤਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਨਾਮ ਹੈ ਉਹ ਇਸ ਕਰਕੇ ਵੀ ਹੈ ਜਿੱਥੇ ਕਿ ਐਜੂਕੇਸ਼ਨ ਦਾ ਸਟੈਂਡਰਡ ਹੈ ਉਹਦੇ ਨਾਲ ਨਾਲ ਕਿ ਇਹ ਯੂਨੀਵਰਸਿਟੀ ਆਟੋਨਮਸ ਬਾਡੀ ਹੈ ਔਰ ਇੱਥੋਂ ਦੀ ਇਸ ਯੂਨੀਵਰਸਿਟੀ ਨੂੰ ਜਿਹੜਾ ਰੂਲ ਹੈ ਇਹਦਾ ਸੈਲਫ ਰੂਲ ਹੈ ਇਸ ਯੂਨੀਵਰਸਿਟੀ ਦੇ ਵਿੱਚ ਕਿਸੇ ਮੁੱਖ ਮੰਤਰੀ ਦਾ ਕਿਸੇ ਐਮਐਲਏ ਦਾ ਕਿਸੇ ਮੰਤਰੀ ਦਾ ਕਿਸੇ ਪ੍ਰਾਈਮ ਮਿਨਿਸਟਰ ਦਾ ਜਾਂ ਕਿਸੇ ਹੋਰ ਵੱਡੇ ਬੰਦੇ ਦਾ ਦਖਲ ਨਹੀਂ ਹੋ ਸਕਦਾ ਜੇ ਕੋਈ ਕਰਦਾ ਤਾਂ ਸਾਡਾ ਜਿਹੜਾ ਇਸ ਯੂਨੀਵਰਸਿਟੀ ਦਾ ਜਿਹੜਾ ਸਿਸਟਮ ਆ ਉਹ ਚਾਹੇ ਸਿੰਡੀਕੇਟ ਹੈ ਜਾਂ ਸੈਨੇਟ ਆ ਉਹਨੂੰ ਰੋਕ ਦਿੰਦੀ ਹੈ ਔਰ ਬਹੁਤ ਸਾਰੀਆਂ ਉਦਾਹਰਨਾਂ ਨੇ ਜਦੋਂ ਕਿ जो हमारा डेमोक्रेटिक सेटअप है वो जो सेनेट इलेक्शन थी जो पिछले सितंबर में होनी थी आपने कहा कि कोरोना की वजह से वो सेनेट इलेक्शन नहीं हो सकती और अभी जो कोरोना के जो होम मिनिस्ट्री की नई गाइडलाइंस है उसके मुताबिक हर जगह पे इलेक्शन का चाहे बिहार की इलेक्शन है चाहे कोई और कोई लोकल बॉडीज की इलेक्शन है या बाई इलेक्शन है सब जगह पे हुई है तो आपका वो जो कारण था इलेक्शन को पोस्टपोन करने का वो
नई गाइडलाइंस होम मिनिस्ट्री की वो जो है उसकी वजह से वो अब नहीं है। तो हमारी आपके पास एक ही रिक्वेस्ट है कि आप सेनेट की इलेक्शन को डिक्लेयर करिए और सिंडिकेट जो भी आपके पास है उसकी जो मीटिंग है उसको कॉल करिए जो आपके पास सिंडिकेट है। और ये आपके पास हम लेके आए हैं। चर्चा तो जितनी मर्जी कर सकते हैं, जो चर्चा तो आपके साथ बहुत कर सकते हैं, लेकिन एजेंडा एक है कि सेनेट इलेक्शन की अनाउंसमेंट की जाए। आपने फॉर्म सेनेट के जो मेंबरशिप फॉर्म है उसको भरवा लिया है और फीस ले चुके हो आप, सारा जो डिक्लेयर कर चुके हो शेड्यूल, एवरीथिंग इज रेडी। और कभी तो हमें ये पता चलता है कि कहते हैं कि हमारे पास जो हमारा डेमोक्रेटिक सेटअप है, वो जो सेनेट इलेक्शन थी जो पिछले सितंबर में होनी थी, आपने कहा कि कोरोना की वजह से वो सेनेट इलेक्शन नहीं हो सकती। और अभी जो कोरोना के जो होम मिनिस्ट्री की नई गाइडलाइंस है उसके मुताबिक हर जगह पे इलेक्शन का, चाहे बिहार की इलेक्शन है, चाहे कोई लोकल बॉडीज की इलेक्शन है, जहां बाई इलेक्शन है, सब जगह पे हुई है। तो आपका वो जो कारण था इलेक्शन को पोस्टपोन करने का, वो नई गाइडलाइंस होम मिनिस्ट्री की वो जो है उसकी वजह से वो अब नहीं है। तो हमारी आपके पास एक ही रिक्वेस्ट है कि आप सेनेट की इलेक्शन को डिक्लेयर करिए और सिंडिकेट जो भी आपके पास है उसकी जो मीटिंग है उसको कॉल करिए जो आपके पास सिंडिकेट है। और ये आपके पास हम लेके आए हैं। चर्चा तो जितनी मर्जी कर सकते हैं, जो चर्चा तो आपके साथ बहुत कर सकते हैं, लेकिन एजेंडा एक है कि सेनेट इलेक्शन की अनाउंसमेंट की जाए। आपने फॉर्म सेनेट के जो मेंबरशिप फॉर्म है उसको भरवा लिया है और फीस ले चुके हो आप, सारा जो डिक्लेयर कर चुके हो शेड्यूल, एवरीथिंग इज रेडी। और कभी तो हमें ये पता चलता है कि कहते हैं कि हमारे पास पैसे नहीं है 3 करोड़ रुपया। अगर वो कोई बात है तो वो हमें बता दीजिए, हम 3 करोड़ रुपया आपको लाके दे देंगे। अगर कोई ऐसी बात है कोई जिसकी वजह से नहीं हो सकती, कम से कम आप इतने दिनों से पूरी की पूरी पंजाब यूनिवर्सिटी के सेनेट के मेंबर आपको रिक्वेस्ट कर रहे हैं, सिंडिकेट के मेंबर रिक्वेस्ट कर रहे हैं, पूटा रिक्वेस्ट कर रही है, पुराने सभी जो स्टेक होल्डर्स हैं वो आपको रिक्वेस्ट कर रहे हैं। मुख्यमंत्री साहब ने लेटर लिख दिया है वाइस प्रेसिडेंट को कि हमारे यहाँ पे नहीं हो रहे हैं। तो प्लीज आप इसके बारे में हमें बताइए कि क्या आपका वो है। सबसे पहले तो जो है हमें आप लोगों का ये ऐसी स्थिति में आप लोगों का स्वागत है हमारी यूनिवर्सिटी में। आप हमारी यूनिवर्सिटी के छात्र रहे हैं इसमें तमाम सारे लोग, और आप जो है हमारे यूनिवर्सिटी से ताल्लुकात आज भी रखते हैं और आपका इतना जो है अटैचमेंट है, इसके लिए हम व्यक्तिगत रूप से हम आभार व्यक्त करेंगे आप लोगों के पास और आप लोगों का सम्मान करेंगे। जो इलेक्शन के बारे में जो है नेताजी तमाम सारी गलतफहमियां भी जो है लोग पैदा कर रहे हैं। अब चूंकि आप आए और आज ऐसी स्थिति नहीं तो 4 लोग बैठ करके आप किसी भी दिन राय बात हम कर सकते हैं। इलेक्शन हम कराने की मूड में हैं। कराने की मूड में क्या, इलेक्शन कराना ही है। सारी तैयारी आप एकदम सही कह रहे हैं, सारी तैयारी हमारी हो गई थी। तो दुर्भाग्य ही कह लीजिए, कुछ लोग इसको सौभाग्य कह रहे हैं और मतलब यहीं पर प्लेटफॉर्म पर बोलते हैं, अच्छा नहीं लगता, वो भी बड़ी वेदनादायक बात होती है। हमारी मंशा साफ है, इलेक्शन का जो है पूरा शेड्यूल डिक्लेयर हम कर चुके हैं। हम जो है सरकारी नौकर हैं और हम जो है जो विधान है, यूटी एडमिनिस्ट्रेशन है या हमारे चांसलर साहब हैं, बात सुन लीजिए, ठीक है, आपका अपना पक्ष हो सकता है। हम हाँ जी, तो हम जो है बराबर संपर्क में हैं और आपको बताएं कि ये जो है 1 हफ्ते में थोड़ी सी स्थिति बिगड़ गई, नहीं तो इससे पहले लोग आए थे यहीं पर जो है धरना वगैरह ये सब बात थी जो है। तो हमने यही कहा, इन्होंने कहा कि नहीं हम संपर्क करेंगे जो है, हम यूटी एडमिनिस्ट्रेशन से मैंने संपर्क किया था और ये हुआ कि जो है थोड़ा सा जो है रुक करके देख करके इसके बाद जो है शेड्यूल किया जाए। और मैं आपको ये भी बता दूं कि हमारा रजिस्ट्रार जो है चूंकि इससे तो क्वारंटाइन वो भी हो गए हैं, जो है सारा दफ्तर हमारा जो है एकदम पैरालाइज हो गया है। इलेक्शन के सारे विकल्प पर, मतलब इलेक्शन की जो बूथ वगैरह का सारा जो है अरेंजमेंट हम लोग कर चुके हैं जो है।
अब जैसे ही स्थिति, अब देखिए अचानक जो है ये फिर दूसरी स्थिति में आ गया। अब इन सब चीज़ों को मद्देनजर रखते हुए हम जो है अभी भी जैसे ही हमको जो है एडमिनिस्ट्रेशन वो देगा, ग्रीन सिग्नल देगा, हमारे जो है माननीय चांसलर साहब खुद जो है उनका कंसर्न है, माननीय मुख्यमंत्री जी ने जो है पत्र लिखा है, माननीय जो है शिक्षा मंत्री जी ने भी पत्र लिखा है। हम लोगों का जो है जिम्मेदार अधिकारी के रूप में जो है हमारे अंदर, हमारे दिमाग में कहीं कोई इस तरह की बात नहीं है, ना हम कर सकते हैं, वाइस चांसलर साहब, इसमें ठीक है, आपने अपनी भावनाएं हमें बताई कि आप यू आर ट्रू टू योर हार्ट। हम इस बात को समझते हम, क्योंकि एक वाइस चांसलर जो है वो एक ऐसी पदवी पे है कि जो सर्वोत्तम हम मानते हैं, और आपके कहे हुए वर्ड्स हम समझते हैं कि उनको हमें ऑनर करना चाहिए। हम भी इस बात को समझते हैं। एक चीज हम बस आपसे ये जानना चाहते हैं, ग्रेजुएट कॉन्स्टिट्यूएंसी की इलेक्शन का प्रोसीजर जो है, क्योंकि मैं ग्रेजुएट कॉन्स्टिट्यूएंसी से सेनेट का मेंबर भी रह चुका हूं, मैं बतौर एमएलए भी सेनेट का मेंबर रह चुका हूं, तो मेरा आपको यही एक, हमारी सबकी एक इच्छा है कि ग्रेजुएट कॉन्स्टिट्यूएंसी का जो फैसला है वो अलग से हो सकता है, लेकिन जो दूसरी कॉन्स्टिट्यूएंसीज हैं जिनमें कुछ ज्यादा इनमें इन्वॉल्वमेंट नहीं है, जैसे जिसमें आपकी प्रिंसिपल्स के हैं, टेक्निकल के हैं, फैकल्टीज हैं, आप वो तो बहुत ज्यादा मेंबर्स नहीं है। आप उनकी प्रक्रिया शुरू करवाइए। उसमें तो किसी में 50 लोगों ने वोट डालनी है, किसी में 100 ने डालनी है, और कोई ऐसा कोई अभी वो नहीं है। सारी रोड्स खुल चुकी हैं, बाई एयर लोग आ जा सकते हैं, फैकल्टी वाले भी। तो आपकी जो मंशा बिल्कुल ठीक है, तो आप कम से कम फैकल्टी का शेड्यूल तो आप जारी करिए, और एक जो सिंडिकेट है आपके पास उसकी मीटिंग आप चौथी बार स्टेटमेंट है, चौथी स्टेटमेंट आप चंडीगढ़ एक मिनट वरिंदर, एक आप सिंडिकेट की मीटिंग तो कॉल कर चलिए, हम देखते हैं उसमें, क्योंकि अभी तो हमारे पास एडवाइजर के पास आज लेटर ला दो, अभी फॉरवर्ड कर दो, अगर हफ्ते में इलेक्शन करवा दी। मैं बताऊं, देखिए हम फिर वही बात कर रहे हैं, 15 दिन पहले मैं उस पर बैक नहीं जा रहा हूँ। मैं जो कहूंगा जी सर, वो उस पर मैं कभी बैक नहीं जाऊंगा। जो आज नेता दिक्कत ये है कि जब तक हमको जो है आदेश नहीं हो जाएगा, अरे भाई हमारे चांसलर हैं, हमारे यूटी हैं, जबरदस्ती आप बता रहे हो, ऐसा नहीं है, ऐसा नहीं है। मैं वाइस चांसलर साहब, जो ये आपने जो आपका शेड्यूल ऑलरेडी बन चुका है, कभी भी कहीं से ये इट्स ऑटोनोमस बॉडी, आपने ही फैसला लेना है, ठीक है। अगर यूटी एडमिनिस्ट्रेशन की बात है तो आप उनको लेटर लिखिए, आपकी मंशा जाहिर हो जाएगी कि आपकी मंशा साफ है, आप उनको लेटर लिखिए। हम लोग यूटी एडमिनिस्ट्रेशन से बात करेंगे, चीफ मिनिस्टर को बोलेंगे कि आप यूटी एडमिनिस्ट्रेशन से बात। यही कमिटमेंट की ਸਾਡੇ ਨਾਲ कि मैं यूटी ਨੂੰ लिख रहा हाँ जी, बोल ही नहीं रहे, ਸਾਨੂੰ आप कमिटमेंट की नहीं, ऐसा हम कहे, हम बात करेंगे। देखिए नेताजी, ये लोग अपनी एकदम आप चलो एक बात, हम लोग एक मिनट प्लीज, ये हम सानू गल करना गल क्लीयर करो, यूटी ਨੂੰ ਤੁਸੀਂ ਕਦੋਂ ਲਿਖੋਗੇ? मैं गल करता लिख चुके हैं, हाँ मैं कर दे वही गल करना थोड़ा यार कर रहे हो पीछे, कुछ नहीं हो रहा, ਤੁਸੀਂ करो गल। मेरा आपसे यही निवेदन है वाइस चांसलर साहब कि आप, क्योंकि देखो ये इतने लोग हैं, हम लोग भी चुने हुए नुमाइंदे हैं, नहीं बिल्कुल, हमारे ये जितने लोग खड़े हैं हमसे भी ज्यादा पावरफुल लोग हैं पीछे, नहीं बिल्कुल, जो अपने कोई पता नहीं कितना बड़ा एडवोकेट है, कोई पता नहीं कितनी बड़ी, कोई अपना कुछ काम करता है, कोई बिजनेसमैन है, कोई है, बहुत सारे लोग हैं। और ये जो एक सेंटीमेंट चला गया कि यूनिवर्सिटी का जो डेमोक्रेटिक सेटअप है, सेनेट है, इसको अबॉलिश करने की नीति जो है सरकार बना रही है दिल्ली से। ये सेंटीमेंट जो है इसको खत्म करिए आप। आपकी एक लेटर जब जाएगी कि हम इलेक्शन करवाना चाहते हैं प्रशासन को, और आप जब सिंडिकेट की मीटिंग कॉल कर लोगे, प्रेजेंट सिंडिकेट की, तो ये मंशा जाहिर हो जाएगी कि ये जो सेंटीमेंट है ये गलत फैलता जा रहा है। हम लोग भी, हम आपकी कहाँ पे मदद कर सकते हैं, हम आपका कहाँ साथ दे सकते हैं, हम आपके साथ हैं, क्योंकि यूनिवर्सिटी के वाइस चांसलर ने ही यूनिवर्सिटी का
सारा प्रबंधन करना है, अब आपकी जिम्मेदारी बनती है। और कई हजारों और करोड़ों लोग, मैं वाइस चांसलर साहब आपको ये एक बात बताना चाहता हूँ, मेरे को पता नहीं ऊपर दिल्ली में सरकार की मंशा क्या है, लेकिन पंजाब यूनिवर्सिटी में अगर ऐसी कोई मंशा है कि पंजाब यूनिवर्सिटी की सेनेट को खत्म करके कुछ और किसी तरह का है, तो ये बहुत गलत फहमी होगी किसी की भी, और इसको पंजाब के लोग, पंजाब की सरकार और पंजाब यूनिवर्सिटी से निकले हुए लोग बिल्कुल बर्दाश्त नहीं करेंगे। हम अपना सब कुछ छोड़ के इस यूनिवर्सिटी की असमत को बचाने के लिए आपके यहाँ बैठ जाएंगे सर। डेट बिल्कुल, ये हम आपको आज हाथ जोड़ के, क्योंकि आप एक उच्च पदवी पे बैठे हैं, हमारा फर्ज बनता है कि इस पदवी की रिस्पेक्ट रखें। वाइस चांसलर का जो पद है उसको हम लोग उसकी रिस्पेक्ट रखें, लेकिन हम आपसे ये उम्मीद करते हैं आप हमें बता दीजिए, हम लोग क्योंकि अगला एक्शन प्लान जो है, क्योंकि अभी बहुत सारे कई हजारों लोगों के साथ हम टच में हैं, अगला कोई अगर आप हमें कोई पॉजिटिव रिस्पांस देते हैं तो हम लोगों को बता देंगे कि ये बोल दिया गया है। आप ये लेटर जो है यूटी एडमिनिस्ट्रेशन को कब लिख सकते हैं? लिखी भाई कब सर, कब? इसमें एक चीज तो मैं नेताजी आपको बताऊं, क्योंकि गलत, आप बड़े जिम्मेदार आदमी हैं और पब्लिक फिगर हैं आप, ये कहीं कोई ये निहायत बेसलेस बात है कि ये सिस्टम खत्म किया जा रहा है। बहुत धन्यवाद, बहुत अच्छी बात है, बहुत धन्यवाद। स्टेटमेंट दे रहे हो, मैं बता रहा हूँ जिम्मेदारी का, हमें जहाँ तक हमें जानकारी है, जहाँ तक हमें जानकारी है, देखिए कितना बड़ा कंफ्यूजन जो है, हम जो है पंजाब के, हम तो यही कहते हैं कि हमारा कंफ्यूजन जो है ये गलत ही रहेगा। नहीं, गलत रहेगा। ईश्वर चाहेंगे बाबा विश्वनाथ तो ये एकदम गलत रहेगा। चलो साहब, आप गलत रहेगा। और ये सर आप लेटर लिखेंगे देखिए, को काफी क्लियर हो जाएगी आपकी। वाइस चांसलर साहब, वाइस चांसलर साहब, डायरेक्टर्स का कोई चक्कर है अभी? नहीं भाई यार, तो उसे सीनेट नहीं, आप ऐसी बात कर वाइस चांसलर, एक मिनट यार भाजी, एक मिनट सर, जो गल पूछ रहे हैं सानू जवाब दे चाहिए। और आप ऐसा चिट्ठी कब लिख रहे हो वो इम्पोर्टेंट नहीं है, चिट्ठी कब लिख रहे हो? वो कह रहे हैं नहीं है, नहीं है भाई। और चिट्ठी कब लिख रहे हो? चिट्ठी लिखो फिर सर। एक वाइस चांसलर साहब आपने, एक मिनट यार, वाइस चांसलर आपने, एक मिनट, हम जो है यहाँ कोई बड़ा छोटा नहीं है, यहाँ सब बराबर है। यहाँ कोई एक वो बात नहीं है, आप जो बात कर रहे हैं आप बात को घुमाइए ना, आप बस ये सर मिठी बातें करने की, एक मिनट, मिठी गल्लां करन दा सर कोई फायदा नहीं। साडा सिर्फ एक सिंपल सवाल आ, चिट्ठी तुसी एडमिनिस्ट्रेशन नु कदों लिखोगे? हम बात करते रहे, हम ये इससे किसको बात करनी है, किसकी जवाब दे? सुनिए, ये जवाब हमारे वाइस चांसलर साहब, एक मिनट, हम बात करेंगे। हमारे चांसलर हमारे जो है अधिकारी हैं, ऐसे न करिए। हम नहीं, उनकी आप बिल्कुल नहीं कर रहे। देखो सुरिंदर, एक मिनट, आप पहली बार आए हैं, चौथी बार आपकी ये सर ये स्टेटमेंट है। सिर्फ एक सिंपल बात है, अभी आप चिट्ठी एडमिनिस्ट्रेशन को कब लिख रहे हैं? इतनी बात आप वाइस चांसलर साहब, चांसलर साहब ने तो आपको कोई मना नहीं किया चिट्ठी लिखने से, कोई मना नहीं किया है चिट्ठी लिखने से। आप चिट्ठी लिखना तो आपका अधिकार है। मेरी बात सुनिए, नहीं, चिट्ठी लिखना तो आपका अधिकार है, वाइस चांसलर का अधिकार है। वो तो वाइस चांसलर की वहाँ पे तो कोई इंटरफेरेंस ही नहीं है। मैं भी सेनेट का मेंबर रहा हूँ, स्टूडेंट लीडर रहा हूँ, मेरे को पता है, मैं कॉन्स्टिट्यूशन को जानता हूँ पंजाब यूनिवर्सिटी के। मेरा आपसे यही निवेदन है कि आप एक चिट्ठी जो है सोमवार को लिख देंगे। वैसे सर जरूरी है एडमिनिस्ट्रेशन को चिट्ठी लिखनी। मुख्यमंत्री साहब की तरह दूसरा आपने भगवान विश्वनाथ जी का नाम लेके हमें कहा है, कमिटमेंट है भगवान विश्वनाथ जी की। मैं फिर दोहरा दे रहा हूँ, ये खबर जो फैलाई जा रही है सब खत्म हो रहा है, ये हो रहा है, अभी तक हमारे जानकारी में कहीं ऐसा नहीं है। कितनी बड़ी गलत जानकारी सिंह बरेलवी साहब कहते हैं कि असूलों पर आँच आए तो टकराना जरूरी है और जिंदा हो तो जिंदा नजर आना जरूरी है। ਜਦੋਂ ਹਾਰ ਕੇ ਤੁਸੀਂ ਕਿਹਾ ਕਿ ਪੁਰਾਣਾ ਕੁਲਜੀਤ ਨਾਗਰਾ ਨਾ ਜਗਾਓ, ਉਸ ਤੋਂ ਬਾਅਦ ਉਹਨਾਂ ਨੇ ਕਿਤੇ ਜਾ ਕੇ ਕਮਿਟਮੈਂਟ ਕੀਤੀ ਹੈ, ਇਹ ਕੀ ਰਵੱਈਆ ਹੈ? ਦੇਖੋ, ਇਸ ਧਰਤੀ ਦੇ ਉੱਤੇ, ਇਸ ਜਗ੍ਹਾ ਦੇ ਉੱਤੇ ਬੜੇ ਸੰਘਰਸ਼ ਲੜੇ ਨੇ, ਮਰਨ ਵਰਤ ਤੱਕ ਇੱਥੇ ਹੀ ਬੈਠੇ ਸੀਗੇ ਜਦੋਂ ਸਟੂਡੈਂਟ ਦੇ ਇਲੈਕਸ਼ਨ ਰਿਵਾਈਵ ਕਰਵਾਏ ਸੀਗੇ 1993 ਦੇ ਵਿੱਚ। ਬੜੇ ਸੰਘਰਸ਼ ਲੜੇ ਆ ਔਰ ਇਸ ਧਰਤੀ ਨੇ ਇਸ ਕੁਲਜੀਤ ਨਾਗਰਾ ਨੂੰ ਬਣਾਇਆ ਆ। ਮਾਂ ਨੇ ਜਨਮ ਦਿੱਤਾ ਸੀ, ਇਹਨੇ ਬਣਾਇਆ ਆ, ਜੋ ਕੁਛ ਅੱਜ ਤੁਹਾਡੇ ਸਾਹਮਣੇ ਹੈ।
ਸੋ ਮੈਂ ਕਿਉਂਕਿ ਵਾਈਸ ਚਾਂਸਲਰ ਦੀ ਆਬਾਦੀ ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ, ਬਹੁਤ ਵੱਡੀ ਥਾਂ ਹੁੰਦੀ ਹੈ। ਸਾਡੇ ਟੀਚਰ ਹੁੰਦੇ ਨੇ, ਉਹਨਾਂ ਦੀ ਰਿਸਪੈਕਟ ਕਰਨਾ ਸਾਡਾ ਫਰਜ਼ ਬਣਦਾ ਆ। ਸੋ ਮੈਂ ਇਹ ਮਹਿਸੂਸ ਕਰਦਾ ਆ ਕਿ ਉਹਨਾਂ ਨੂੰ ਸਾਡਾ ਜਿਹੜਾ ਬੜੀ ਲੰਬੀ ਗੱਲਬਾਤ ਅਸੀਂ ਬੜੇ ਸਲੀਕੇ ਦੇ ਨਾਲ ਕੀਤੀ, ਔਰ ਕਿਤੇ ਇਹ ਅਹਿਸਾਸ ਹੋ ਰਿਹਾ ਸੀਗਾ ਕਿ ਸ਼ਾਇਦ ਉਹ ਪੰਜਾਬੀ ਜਿਹੜਾ ਉਹ ਖੂਨ ਉਹ ਜਜ਼ਬਾ ਜਿਹੜਾ ਕਿਸੇ ਵੇਲੇ ਇੱਥੇ ਵਿਖਾਉਂਦੇ ਰਹੇ ਆ, ਤੇ ਮੈਂ ਉਹਨਾਂ ਨੂੰ ਉਹੀ ਕਿਹਾ ਸੀਗਾ ਵੀ ਨਾ ਸਾਨੂੰ ਉਸ ਪਾਸੇ ਨੂੰ ਤੋਰੋ। ਅਸੀਂ ਤਾਂ ਤੁਹਾਨੂੰ ਰਿਕੁਐਸਟ ਕਰਨ ਆਏ ਹਾਂ, ਹੱਥ ਜੋੜ ਕੇ ਬੇਨਤੀ ਕਰਨ ਆਏ ਹਾਂ ਕਿ ਸਾਡਾ ਜਿਹੜਾ ਪੰਜਾਬ ਯੂਨੀਵਰਸਿਟੀ ਹੈ ਇਹਦਾ ਜਿਹੜਾ ਇੱਕ ਡੈਮੋਕ੍ਰੈਟਿਕ ਸੈਟਅਪ ਹੈ ਉਹਨੂੰ ਬਹਾਲ ਕਰੋ। ਸੈਨੇਟ ਤੇ ਸਿੰਡੀਕੇਟ ਦੀ ਮੀਟਿੰਗ ਕਰੋ, ਫੈਕਲਟੀਜ਼ ਦੀ ਇਲੈਕਸ਼ਨ ਕਰੋ, ਔਰ ਸੈਨੇਟ ਦੀ ਪ੍ਰੋਪਰ ਗ੍ਰੈਜੂਏਟ ਕੌਂਸਟੀਚੁਐਂਸੀ ਦੀ ਇਲੈਕਸ਼ਨ ਕਰਵਾਓ। ਔਰ ਆਖਰ ਦੇ ਉੱਤੇ ਉਹਨਾਂ ਨੇ ਸਾਨੂੰ ਭਗਵਾਨ ਵਿਸ਼ਵਾਨਾਥ ਜੀ ਦੀ ਸਹੁੰ ਖਾ ਕੇ ਕਿਹਾ ਕਿ ਜਿਹੜੀ ਸਾਡੀ ਮਨਸ਼ਾ ਕੋਈ ਖਰਾਬ ਨਹੀਂ ਹੈਗੀ, ਔਰ ਅਸੀਂ ਵੀ ਭਗਵਾਨ ਵਿਸ਼ਵਾਨਾਥ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਸਮੱਤ ਬਖਸ਼ੇ, ਜਿਹੜੇ ਉੱਤੇ ਆਕਾ ਬੈਠੇ ਨੇ ਉਹਨਾਂ ਨੂੰ ਵੀ ਸਮੱਤ ਬਖਸ਼ੇ, ਤੇ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਢਾਂਚਾ ਹੈ ਇਹਨੂੰ ਬਦਲਣ ਦੀ ਕੋਸ਼ਿਸ਼ ਨਾ ਕਰਨ। गालिब साहब कहते कि बहुत बेआबरू होकर तेरे कूचे से हम निकले। अज बेआबरू होकर चले हो या कुछ लगता है कि हाँ आने वाले बुधवार को किसी तरीके दे नाल कोई प्रोग्रेस नज़र आएगी? क्योंकि 4 दिन पहला भी यही वादे सीगे, चिट्ठियां नहीं लिखियां जा रही, उत्थे पिछे रौला पैंदा पिया सीगा कि चिट्ठियां लिखो, सिंडीकेट दा जो होनी है उहदा डेट जिहड़ी हैगी फाइनलाइज करो। उधरों कोई इस तरह के जवाब नहीं आए, बस हसदा होया मुस्कुराउंदा होया चेहरा सीगा ते विश्वनाथ होरां दा वार वार जिक्र करते सी। देखो गल ये है, संघर्षां ਜਿਹੜੇ ਜਦੋਂ ਵੀ ਸੰਘਰਸ਼ ਹੁੰਦੇ ਨੇ ਉਹਨਾਂ ਦੇ ਵਿੱਚ ਨਾ ਤਾਂ ਆਬਰੂ ਹੁੰਦੀ ਹੈ ਨਾ ਬੇਆਬਰੂ ਹੁੰਦਾ ਕੋਈ, ਕਿ ਬੇਆਬਰੂ ਹੋ ਕੇ ਤਾਂ ਆਏ ਹੁੰਨੇ ਅਸੀਂ, ਜਿਹੜੀ ਬੇਆਬਰੂ ਹੋ ਕੇ ਆਏ ਸੀ ਨਾ ਮੋਮਬੱਤੀਆਂ ਚੁੱਕ ਕੇ। ਸੋ ਇਸ ਕਰਕੇ ਅਸੀਂ ਤਾਂ ਆਪਣੇ ਇਸ ਮਾਂ ਦੇ ਲਈ ਆਏ ਆ। ਇਹ ਕੁਲਜੀਤ ਨਾਗਰਾ ਜੋ ਕੁਛ ਹੈਗਾ ਆ ਇਸ ਮਾਂ ਨੇ ਬਣਾਇਆ। ਸੋ ਬੇਆਬਰੂ ਜਾਂ ਆਬਰੂ ਹੋਈਏ ਜਾਂ ਬੇਆਬਰੂ ਹੋਈਏ, ਇਹਦੇ ਲਈ ਤਾਂ ਜੋ ਕੁਛ ਵੀ ਕਰਨਾ ਪਊਗਾ ਕਰਾਂਗੇ। ਔਰ ਜਿਹੜਾ ਉਹਨਾਂ ਦਾ ਨਜ਼ਰੀਆ ਸੀਗਾ ਉਸ ਨਜ਼ਰੀਏ ਨੂੰ ਅਸੀਂ ਚੰਗੀ ਤਰ੍ਹਾਂ ਭਾਂਪਦੇ ਹਾਂ, ਕਿਉਂਕਿ ਪਹਿਲੇ ਵਾਈਸ ਚਾਂਸਲਰ ਨਾਲ ਤਾਂ ਕੁਲਜੀਤ ਨਾਗਰਾ ਦੀ ਗੱਲ ਨਹੀਂ ਹੋਈ। ਕਈ ਵਾਈਸ ਚਾਂਸਲਰ ਇੱਥੇ ਅਸੀਂ ਵੇਖੇ ਨੇ, ਇਦੋਂ ਅੜੀਅਲ ਵੀ ਵੇਖੇ ਨੇ ਤੇ ਇਦੋਂ ਹੋਰ ਮਾੜੀ ਸੋਚ ਵਾਲੇ ਵੀ ਵੇਖੇ ਨੇ, ਪਰ ਜਦੋਂ ਲੋਕਾਂ ਦਾ ਸੰਘਰਸ਼ ਕਾਮਯਾਬੀ ਵੱਲ ਵੱਧਦਾ ਆ, ਲੋਕਾਂ ਦਾ ਸੰਘਰਸ਼ ਚੱਲਦਾ ਆ, ਫਿਰ ਬਹੁਤ ਵੱਡੇ ਜਿਹੜੇ ਨੇ ਵੱਡੇ ਢੱਠੇ ਜਿਹੜੇ ਨੇ ਉਹ ਢਾਲੇ ਜਾਂਦੇ ਆ। ਕਿਸਾਨਾਂ ਦਾ ਜਿਹੜਾ ਮੋਰਚਾ ਉਹਨਾਂ ਨੇ ਸਾਂਭਿਆ ਹੋਇਆ, ਧਰਨੇ ਚੱਲਦੇ ਪਏ ਹੈਗੇ ਆ, ਅੜੀਅਲ ਤਾਂ ਇੱਕ ਉੱਥੇ ਵੀ ਬੈਠੀ ਹੋਈ ਹੈ ਸਰਕਾਰ ਕੇਂਦਰ ਦੇ ਵਿੱਚ। ਕਿਵੇਂ ਸੁਨੇਹਾ ਭੇਜੋਗੇ ਜਿਹੜੀ ਮੋਮਬੱਤੀਆਂ ਹੱਥ ਦੇ ਵਿੱਚ ਫੜੀਆਂ ਸੀਗੀਆਂ ਉਹਦੀ ਲੋ ਪਹੁੰਚੇਗੀ ਕੇਂਦਰ ਤੱਕ? ਲੋ ਨਹੀਂ ਪਹੁੰਚੂਗੀ, ਭਾਂਬੜ ਮੱਚ ਕੇ ਜਾਊਗਾ ਜੇ ਨਹੀਂ ਸਮਝਣਗੇ। ਇਹ ਲੋ ਜਿਹੜੀ ਹੁੰਦੀ ਹੈ ਨਾ, ਇਹ ਆਗਾਜ਼ ਹੁੰਦਾ ਆ। ਵਿੱਚ ਮੇਰਾ ਸਾਥੀ ਕੋਈ ਮਸ਼ਾਲ ਚੱਕੀ ਫਿਰਦਾ ਸੀਗਾ, ਇਦੋਂ ਬਾਅਦ ਮਸ਼ਾਲਾਂ ਆਉਣੀਆਂ ਨੇ ਤੇ ਫਿਰ ਮਸ਼ਾਲਾਂ ਜਿਹੜੀਆਂ ਹੈਗੀਆਂ ਨੇ ਫਿਰ ਉਹ ਸਾੜ ਕੇ ਸੁਆਹ ਕਰ ਦਿੰਦੀਆਂ ਆ। ਜਿੰਨੇ ਵੀ ਇੱਥੇ ਪੰਜਾਬੀ ਖੜੇ ਸੀਗੇ, ਮੈਂ ਇੱਕ ਚੀਜ਼ ਵੇਖ ਰਹੀ, ਸਾਰੇ ਮਾਸੂਮ ਆ। ਜਿਵੇਂ ਉਹ ਗੱਲ ਕਰਦੇ ਪਏ ਸੀਗੇ ਉਵੇਂ ਗੱਲ ਦੇ ਵਿੱਚ ਹੋ ਰਿਹਾ ਸੀਗਾ ਕਿ ਠੀਕ ਹੈ ਜੀ ਵਾਅਦਾ ਲੈ ਕੇ ਅਸੀਂ ਜਾ ਰਹੇ ਹਾਂ, ਅਗਲੇ ਬੁੱਧਵਾਰ ਆ ਜਾਾਂਗੇ। ਅਗਲੇ ਬੁੱਧਵਾਰ ਫਿਰ ਤੁਸੀਂ ਨਾ ਉਮੀਦ ਹੋ ਕੇ ਬੇਆਬਰੂ ਹੋ ਕੇ ਆਓਗੇ, ਫਿਰ ਜਾਣ ਲੱਗਿਆਂ ਫਿਰ ਇਹੀ ਸਵਾਲ ਹੋਣਗੇ ਕਿ ਅੱਗੇ ਦਾ ਸੰਘਰਸ਼ ਕੀ ਹੈ, ਰਣਨੀਤੀ ਕੀ ਹੈ, ਕਿਵੇਂ ਹੋਏਗਾ? ਇਹ ਕਿਤੇ ਤਾਲਮੇਲ ਬੈਠਦਾ ਨਜ਼ਰ ਨਹੀਂ ਆ ਰਿਹਾ। ਤੁਸੀਂ ਬੜੇ ਕਾਲੇ ਹੋ, ਸਾਨੂੰ ਇਹ ਆਦਤ ਪਈ ਹੋਈ ਹੈ ਇਸ ਗੇਟ ਦੇ ਉੱਤੇ ਕਈ ਵਾਰੀ ਆਉਣ ਦੀ ਤੇ ਆਪਣੇ ਵਾਅਦਿਆਂ ਨੂੰ ਮਨਵਾਉਣ ਦੀ। ਇਹ ਕਈ ਵਾਰੀ ਸਾਡੇ ਨਾਲ ਇਦਾਂ ਕਰ ਚੁੱਕੇ ਆ। ਜਿਹੜਾ ਗੇਟ ਹੈ ਨਾ ਜਿਹਦੇ ਉੱਤੇ ਅੱਜ ਖੜੇ ਸੀਗੇ, ਇੱਥੇ ਕੋਈ ਪਹਿਲੀ ਵਾਰੀ ਨਹੀਂ ਖੜੇ ਹੋਏ ਤੇ ਪਹਿਲੀ ਵਾਰੀ ਸਾਡੇ ਨਾਲ ਇਦਾਂ ਦੀਆਂ ਗੱਲਾਂ ਨਹੀਂ ਹੋਈਆਂ ਤੇ ਪਹਿਲੀ ਵਾਰੀ ਸਾਨੂੰ ਲਾਰਾ ਨਹੀਂ ਲੱਗਿਆ। ਪਹਿਲੀ ਵਾਰੀ ਇਹ ਹੋ ਰਿਹਾ ਭਾਰਤ ਦੀ ਸਰਕਾਰ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ 2 ਬੰਦਿਆਂ ਦੀ ਸਰਕਾਰ ਕਹੀ ਜਾਂਦੀ ਆ, ਉੱਥੇ ਤੀਜੇ ਬੰਦੇ ਦੀ ਸੁਣਵਾਈ ਨਹੀਂ ਹੁੰਦੀ। ਗੇਟਾਂ ਦੇ ਉੱਤੇ ਖੜੇ ਤੇ ਹੋਇਆ ਹੋਵਾਂਗੇ, ਲੇਕਿਨ ਜੋ ਹੁਣ ਮੌਜੂਦਾ ਹਾਲਾਤ ਨੇ ਉਹ ਬਿਲਕੁਲ ਵੱਖਰੇ ਆ। ਇਦੋਂ ਵੀ ਭੈੜੇ ਹਾਲਾਤਾਂ ਦੇ ਵਿੱਚ ਅਸੀਂ ਮੁਕਾਬਲਾ ਕੀਤਾ ਯਾਰ। ਜਦੋਂ ਪੰਜਾਬ 'ਚ ਪੂਰੇ ਕਾਲੇ ਦਿਨ ਸੀ ਨਾ, ਜਦੋਂ ਕੋਈ ਚੋਣ ਨਹੀਂ ਸੀ ਕਰਦਾ, ਤੇ ਇਹ ਯੂਨੀਵਰਸਿਟੀ ਉਦੋਂ ਵੀ ਜਾਗਦੀ ਰਹੀ ਸੀਗੀ ਔਰ ਅਸੀਂ ਉਹਦੇ ਸਾਖੀ ਹੈ। ਅਸੀਂ ਆਪਣੇ ਮੋਢਿਆਂ ਤੇ ਜ਼ਿੰਮੇਵਾਰੀਆਂ ਚੁੱਕ ਕੇ ਉਦੋਂ ਵੀ ਜਗਾਈ ਰੱਖੀ ਅਲਖ, ਤੇ ਇਹ ਮੋਮਬੱਤੀਆਂ ਤੇ ਮਸ਼ਾਲਾਂ ਉਦੋਂ ਵੀ ਜਲਦੀਆਂ ਰਹੀਆਂ ਤੇ ਇਹ ਇਦੋਂ ਵੀ ਵੱਡੇ ਹਾਕਮ ਜਿਹੜੇ ਸੀਗੇ ਉਹਨਾਂ ਦੇ ਨਾਲ ਲੜਦੇ ਰਹੇ ਆ। ਵਿਦਿਆਰਥੀਆਂ ਨੂੰ ਕੀ ਆਖਰੀ ਵਾਦਾ ਤੁਹਾਡਾ? ਵਿਦਿਆਰਥੀ ਸੰਘਰਸ਼ ਹੈ, ਤਿਆਰ ਰਹੋ, ਔਰ ਸੰਘਰਸ਼ ਲੜਨ ਵਾਸਤੇ ਵੀ ਤੇ ਸੰਘਰਸ਼ ਜਿੱਤਣ ਵਾਸਤੇ ਵੀ। ਪੁਰਾਣੇ ਕੁਲਜੀਤ ਨਾਗਰਾ ਨਜ਼ਰ ਆਣਗੇ ਜੇ ਸੰਘਰਸ਼ ਕਿਤੇ ਨਾ ਕਿਤੇ ਨਾ ਪਹੁੰਚੇ ਕਿਸੇ ਮੁਕਾਮ ਤੱਕ ਤਾਂ? ਭਗਵਾਨ ਵਿਸ਼ਵਾਨਾਥ ਆਪਣੇ ਆਪ ਸ਼ਕਤੀ ਦਊਗਾ ਜਿਹੜੀ ਉਹਨੇ, ਜੇ ਉਹਨਾਂ ਦੀ ਮੱਤ ਫੇਰਤੀ ਤਾਂ। ਗੁਰੂ ਦੇ ਸਿੱਖ ਹੈ ਤੇ ਗੁਰੂ ਨੇ ਤਾਂ ਪਹਿਲਾਂ ਹੀ ਸਾਡੇ ਪਿੱਠ ਦੇ ਉੱਤੇ ਥਾਪੜਾ ਦਿੱਤਾ ਹੋਇਆ ਆ ਵੀ ਜਾ ਵੀ ਸਿੱਖਾ, ਜਿੱਥੇ ਜਾਏਗਾ ਤੇਰੀ ਜਿੱਤ ਹੋਊਗੀ, ਤੇ ਅਜੇ ਤੱਕ ਜਿੱਤੀ ਹੋਈ ਹੈ। ਇਹ ਸੀਗਾ ਕੁਲਜੀਤ ਸਿੰਘ ਨਾਗਰਾ ਹੋਰੀ। ਵਿਸ਼ਵਨਾਥ ਜੀ ਦਾ ਇਹਨਾਂ ਦੇ ਉੱਤੇ ਹੱਥ ਹੈ, ਥਾਪੀ ਹੈ, ਕਹਿੰਦੇ
ਕਿਸੇ ਨਾ ਕਿਸੇ ਜਿਹੜੀ ਤਾਕਤ ਹੈਗੀ ਆ ਉਹ ਮੇਰੇ ਵਿੱਚ ਆਏਗੀ ਤੇ ਜਿਸ ਤਰ੍ਹਾਂ ਦਾ ਵੀ ਸੰਘਰਸ਼ ਹੋਏਗਾ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾ ਪਰਸਨ ਐਸਕੇ ਦੇ ਨਾਲ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ, ਪੰਜਾਬ ਯੂਨੀਵਰਸਿਟੀ। ਟੋਨ ਬਦਲੀ ਤੁਹਾਡੀ, ਉਸ ਤੋਂ ਬਾਅਦ ਤੁਹਾਨੂੰ ਡੇਟ ਮਿਲੀ ਹੈ, ਕੀ ਕਰੋਗੇ ਇਹੋ ਜਿਹੇ ਸਿਸਟਮ ਦਾ? ਤੁਹਾਨੂੰ ਲੱਗਦਾ ਕਿ ਦੁਬਾਰਾ ਜਦੋਂ ਬੁੱਧਵਾਰ ਨੂੰ ਆਵੋਗੇ ਕਿਸੇ ਤਰ੍ਹਾਂ ਦੀ ਕੋਈ ਤਸੱਲੀ ਹੋਏਗੀ? ਦੇਖੋ ਗੱਲ ਪਤਾ ਕੀ ਆ, ਗੱਲ ਇਹ ਚੀਜ਼ਾਂ ਸੰਘਰਸ਼ ਹੁੰਦੇ ਆ, ਅਥਾਰਟੀਜ਼ ਨੂੰ ਜਗਾਉਣਾ ਪੈਂਦਾ, ਅਥਾਰਟੀਜ਼ ਨੂੰ ਸਮਝਾਉਣਾ ਪੈਂਦਾ, ਕਈ ਤਰੀਕੇ ਹੁੰਦੇ ਆ। ਲੇਕਿਨ ਇੱਕ ਜਿਹੜਾ ਮੁੱਢਲਾ ਸਵਾਲ ਆ, ਜਿਹੜਾ ਮੁੱਦਾ ਵਾ, ਉਹਦੇ ਅੰਦਰ ਨਹੀਂ ਕੋਈ ਛੇੜਛਾੜ ਹੋਣੀ ਚਾਹੀਦੀ। ਸਾਨੂੰ ਪਤਾ ਹੈ ਇਹਨਾਂ ਦੇ ਕੀ ਮਨਸ਼ਾਵਾਂ ਚੱਲ ਰਹੀਆਂ। ਪਬਲਿਕ ਕਮਿਟਮੈਂਟਸ ਬਹੁਤ ਜ਼ਰੂਰੀ ਆ, ਇਹ ਸਾਰੀਆਂ ਮਸਲੇ ਬਹੁਤ ਜ਼ਰੂਰੀ ਆ। ਔਰ ਜਿਹੜਾ ਜਦੋਂ ਇੱਕ ਅਸੀਂ ਫਰਿਆਦ ਲੈ ਕੇ ਜਾਂਦੇ, ਪਹਿਲੋਂ ਫਰਿਆਦ ਲਈ ਦੀ, ਫਿਰ ਉਹਦੇ ਅੱਗੇ ਆਪਣੀ ਡਿਮਾਂਡ ਰੱਖੀ ਦੀ ਆ, ਔਰ ਫਿਰ ਐਂਡ ਦੇ ਵਿੱਚ ਫਿਰ ਉਹੀ ਕਹਿੰਦੇ ਆ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੋ ਆਪਣੇ ਅੰਦਰ ਦਮ ਹੋਊਗਾ ਤੇ ਲੈ ਲਾਂਗੇ। ਔਰ ਇਹਨਾਂ ਦੀ ਜੋ ਮਨਸ਼ਾ ਹੈਗੀ ਆ ਉਹ ਇਲੈਕਸ਼ਨ ਦੇ ਬਾਰੇ ਸਹੀ ਨਹੀਂ ਹੈਗੀ। ਪਹਿਲੇ ਉਹ ਕਹਿੰਦੇ ਨੇ ਕਿ ਨਾਗਰਾ ਸਾਹਿਬ ਨੂੰ ਉਹਨਾਂ ਨੇ ਕਿਹਾ, ਤੁਸੀਂ ਵੀ ਉੱਥੇ ਮੌਜੂਦ ਸੀਗੇ, ਕਿ ਗਲਤ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈ। ਉਸ ਤੋਂ ਬਾਅਦ ਉਹ ਕਹਿੰਦੇ ਹੈਗੇ ਆ ਕਿ 90% ਮੈਂ ਗਰੰਟੀ ਲੈਣਾ ਹੈਗਾ ਕਿ ਇਦਾਂ ਨਹੀਂ ਹੋਏਗਾ। ਸ਼ੋਰਟੀ ਕਿਉਂ ਨਹੀਂ ਹੈਗੀ ਆ? ਮੁਕੰਮਲ ਤਰੀਕੇ ਦੇ ਨਾਲ ਜਵਾਬ ਕਿਉਂ ਨਹੀਂ ਦਿੱਤੇ ਜਾ ਰਹੇ? ਦੇਖੋ ਮਸਲਾ ਜੋ ਹੈਗਾ ਨਾ, ਮਸਲਾ ਇਹ ਨਹੀਂ ਆ ਵੀ ਸਾਡੇ ਕੋਲ ਕੋਈ ਗਲਤ ਜਾਣਕਾਰੀ ਆ। ਸੀਕੁਐਂਸ ਆਫ ਇਵੈਂਟਸ ਆ। ਸੀਕੁਐਂਸ ਆਫ ਇਵੈਂਟਸ ਇਹ ਹੋ ਰਿਹਾ ਵੀ ਇੱਕ ਐਡਮਿਨਿਸਟ੍ਰੇਸ਼ਨ ਕਹਿ ਰਹੀ ਆ, ਮੁੱਖ ਮੰਤਰੀ ਪੰਜਾਬ ਕਹਿ ਰਿਹਾ, ਆਪਣਾ ਕੀ ਕਹਿੰਦੇ ਓਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਵਾ, ਮਾਨਯੋਗ ਸਾਰੇ ਪੰਜਾਬ ਦੇ ਸਟੇਕ ਹੋਲਡਰਸ ਕਹਿ ਰਹੇ ਆ ਵੀ ਇਸ ਚੀਜ਼ ਦੇ ਵਿੱਚ ਤੁਸੀਂ ਇਹ ਚੇਂਜਸ ਨਾ ਕਰੋ ਔਰ ਇਹਨੂੰ ਇਲੈਕਸ਼ਨ ਕਰਾਓ। ਕਨਫਿਊਜ਼ਨ ਕਿੱਥੇ ਪੈਂਦੀ ਆ? ਜਦੋਂ ਇਹ ਚਿੱਠੀ ਨਹੀਂ ਲਿਖਦੇ ਇਸ ਐਡਮਿਨਿਸਟ੍ਰੇਸ਼ਨ ਨੂੰ, ਔਰ ਛੋਟੀ ਫੈਕਲਟੀਜ਼ ਦੀ, ਜਿੱਥੇ ਕੋਈ ਇਲੈਕਸ਼ਨ ਦੇ ਵਿੱਚ ਕੋਈ ਕਰੋਨਾ ਦਾ ਮਸਲਾ ਨਹੀਂ ਆ, ਉੱਥੇ ਇਲੈਕਸ਼ਨ ਨਹੀਂ ਕਰਾਉਂਦੇ। ਸੋ ਜਾਣਕਾਰੀ ਸਾਡੇ ਤੱਕ ਕੋਈ ਇਹਦੇ ਵਿੱਚ ਕੋਈ ਜਾਣਕਾਰੀ ਨਹੀਂ ਪਹੁੰਚਾਈ ਗਈ। ਸੀਕੁਐਂਸ ਆਫ ਇਵੈਂਟਸ ਇਹੋ ਜਿਹੇ ਪੁਆਇੰਟ ਆਊਟ ਕਰਦੇ ਵੀ ਇਲੈਕਸ਼ਨ ਇਹ ਨੂੰ ਡਿਲੇ ਕਰ ਰਿਹਾ ਤਾਂ ਕਿ ਬੋਰਡ ਆਫ ਗਵਰਨਰਸ ਇੱਕ ਅਪਾਇੰਟ ਕਰਕੇ ਆਪਣੀ ਮਨਮਰਜ਼ੀ ਦੀ ਦਿੱਲੀ ਤੋਂ ਇਹ ਸਰਕਾਰ ਚਲਾ ਸਕਣ। ਉਹਦੇ ਵਿੱਚ ਆਬਜੈਕਸ਼ਨ ਆ। ਔਰ ਹੁਣ ਅੱਜ ਮੇਰੇ ਹਿਸਾਬ ਨਾਲ ਕੋਈ ਥੋੜੀ ਬਹੁਤੀ ਪ੍ਰੋਗਰੈਸ ਹੋਈ ਆ, ਅਸੀਂ ਨਹੀਂ ਕਹਿੰਦੇ ਵੀ ਬਹੁਤ ਕੋਈ ਪ੍ਰੋਗਰੈਸ ਹੋਈ ਆ, ਥੋੜੀ ਜੀ ਪ੍ਰੋਗਰੈਸ ਹੋਈ ਆ। ਉਸ ਪ੍ਰੋਗਰੈਸ ਨੂੰ ਮੱਦੇਨਜ਼ਰ ਹੀ ਅਸੀਂ ਅੱਗੇ ਵਧਾਂਗੇ। ਔਰ ਵੈਨਸਡੇ ਢਿੱਲੋਂ ਸਾਹਿਬ, ਤੁਸੀਂ ਉੱਥੇ ਕਹਿੰਦੇ ਪਏ ਸੀਗੇ ਕਿ 4 ਦਿਨ ਪਹਿਲਾਂ ਵੀ ਇਹੀ ਵਾਅਦੇ ਕੀਤੇ ਹੋਏ ਸੀਗੇ, ਇਹੀ ਕਮਿਟਮੈਂਟ ਸੀਗੀਆਂ। ਇਹ ਪ੍ਰੋਗਰੈਸ ਉੱਥੇ ਰੁਕੀ ਹੋਈ ਹੈ, ਸਟੇਬਲ ਹੋ ਗਈ ਹੋਈ ਹੈ। ਜਿਵੇਂ ਪਾਣੀ ਖੜ ਜਾਂਦਾ ਉਹਦੇ ਮੱਛਰ ਬਹਿ ਜਾਂਦੇ ਹੁੰਦੇ ਆ, ਵਗਦਾ ਦਰਿਆ ਨਜ਼ਰ ਨਹੀਂ ਆ ਰਿਹਾ। ਗੱਲ ਇਹ ਆ ਵੀ ਪਹਿਲੋਂ ਪ੍ਰੋਗਰੈਸ ਕੀ ਸੀ? ਪਹਿਲੋਂ ਇਹਨਾਂ ਦੇ ਵਿੱਚ ਯੂਨੀਵਰਸਿਟੀ ਦੇ ਬੱਚਿਆਂ ਨੂੰ ਉਹਨਾਂ ਦੇ ਆਪ ਦੇ ਇੰਟਰਸਟ ਇਨਵੋਲਵ ਹੁੰਦੇ ਆ, ਪ੍ਰੋਫੈਸਰਾਂ ਦੇ ਇੰਟਰਸਟ ਇਨਵੋਲਵ ਹੁੰਦੇ, ਉਹਨਾਂ ਨੂੰ ਦਬਾਇਆ ਜਾਂਦਾ। ਸਾਡਾ ਕੋਈ ਇੱਥੇ ਲੈਣਾ ਦੇਣਾ ਨਹੀਂ ਹੈਗਾ, ਸਾਡਾ ਕੋਈ ਇੰਟਰਸਟ ਇਨਵੋਲਵ ਨਹੀਂ ਹੈਗਾ। ਹੁਣ ਸਾਨੂੰ ਇਹ ਮਹਿਸੂਸ ਹੁੰਦਾ ਵੀ ਇਹਨਾਂ ਨੂੰ ਤਾਂ ਕਿਸੇ ਬੱਚਿਆਂ ਨੂੰ ਕਿਸੇ ਨੂੰ ਪਰਚੇ ਦਾ ਦਰਜ ਦੇ ਦਿੱਤਾ ਜਾਂਦਾ, ਕਿਸੇ ਨੂੰ ਕੋਈ ਦਰਜ ਦਿੱਤਾ ਜਾਂਦਾ, ਸਾਡਾ ਕੁਝ ਨਹੀਂ ਕਰ ਸਕਦੇ। ਲੇਕਿਨ ਸਾਡਾ ਇੱਥੇ ਸੈਂਟੀਮੈਂਟ ਜੁੜਿਆ ਇਸ ਯੂਨੀਵਰਸਿਟੀ ਨਾਲ, ਸਾਡਾ ਇੱਕ ਇਮੋਸ਼ਨ ਹੈ ਇਸ ਯੂਨੀਵਰਸਿਟੀ ਨਾਲ ਔਰ ਇਸ ਢਾਂਚੇ ਦੇ ਨਾਲ। ਕਿਉਂਕਿ ਇਹ ਇਕੱਲਾ ਢਾਂਚਾ, ਇੱਕ ਇਕੱਲਾ ਪੰਜਾਬ ਯੂਨੀਵਰਸਿਟੀ ਦਾ ਮਤਲਬ ਹੈ ਪੰਜਾਬ ਦੀ ਖੁਦ ਮੁਖਤਿਆਰੀ ਦਾ ਮਸਲਾ ਵਾ, ਪੰਜਾਬ ਦੀ ਜਿਹੜੀ ਇੱਕ ਢਾਂਚਾ ਵਾ। ਕਿਉਂਕਿ ਇਸ ਯੂਨੀਵਰਸਿਟੀ ਨੂੰ ਇੰਟਰਨਲ ਪਾਰਟ ਮੰਨਿਆ ਜਾਂਦਾ। ਯੂਨੀਵਰਸਿਟੀ ਦੇ ਵਿੱਚ 60% ਹਿੱਸਾ ਵਾ, ਸਾਡੇ 160 ਕਾਲਜਸ ਜੁੜੇ ਹੋਏ ਆ। ਕੱਲ ਨੂੰ ਸੈਂਟਰ ਸਾਡੇ ਤੋਂ ਚੰਡੀਗੜ੍ਹ ਵੀ ਲੈ ਲੂਗਾ, ਕੱਲ ਨੂੰ ਸੈਂਟਰ ਕਹੂਗਾ ਵੀ ਚੰਡੀਗੜ੍ਹ ਵੀ ਨਹੀਂ ਪੰਜਾਬ ਦਾ ਹੈਗਾ। ਇਹ ਪੰਜਾਬ ਯੂਨੀਵਰਸਿਟੀ ਤੇ ਜੋ ਸਾਡਾ ਬਣਦਾ ਹੱਕ ਆ, ਅਸੀਂ ਉਹਨੂੰ ਦਿਵਾਉਣਾ ਚਾਹੁੰਦੇ ਆ ਔਰ ਉਸ ਦੇ ਵਾਸਤੇ ਜੋ ਬਣਦੀ ਕੋਸ਼ਿਸ਼ ਆ ਉਹਨੂੰ ਕਰਾਂਗੇ। ਦੋਸਤੋ ਸੀਗੇ ਵਰਿੰਦਰ ਢਿੱਲੋਂ, ਇਹਨਾਂ ਦਾ ਕਹਿਣਾ ਹੈ ਕਿ ਕੋਸ਼ਿਸ਼ ਜਾਰੀ ਰਹੇਗੀ। ਪ੍ਰੋਗਰੈਸ ਥੋੜੀ ਜੀ ਹੋਈ ਹੈ, ਲੇਕਿਨ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਪ੍ਰੋਗਰੈਸ किस तरफ दा रुख इख्तियार कर दिया है। कैमरा पर्सन एसके दे नाल लंकेश त्रिखा, रोजाना स्पोक्समैन, पंजाब यूनिवर्सिटी। जिसका महलात ही में चले, चंद लोगों की खुशियों को लेकर चले, वो जो साए में हर मसलहत के पले, ऐसे दस्तूर को, ऐसे बेनूर को मैं नहीं जानता, मैं नहीं मानता। ਤੁਸੀਂ ਮਿੱਟੀ ਦਾ ਜ਼ਿਕਰ ਕੀਤਾ। ਸਤਿੰਦਰ ਸਰਤਾਜ ਸਾਹਿਬ ਦੀਆਂ ਗੀਤ ਦੀਆਂ 17 ਯਾਦ ਆਉਂਦੀਆਂ ਨੇ। ਕਹਿੰਦੇ ਨੇ ਕਿ ਕਾਲੀ ਰੂਹ ਤੇ ਮਲ ਦਿਓ ਹੋ ਜਾਂਦੀ ਚਿੱਟੀ, ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ। ਇਸ ਪੀਯੂ ਦੀ ਮਿੱਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਲਈ ਜੋ ਸਰਕਾਰਾਂ ਯਤਨ ਕਰਦੀਆਂ ਪਈਆਂ ਕੇਂਦਰ ਦੇ ਵਿੱਚ ਬੈਠ ਕੇ, ਕਿਵੇਂ ਬਚਾਉਂਗੇ ਇਸ ਮਿੱਟੀ ਨੂੰ? ਉੱਥੇ ਕਿਸਾਨ ਆਪਣੀ ਮਿੱਟੀ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ, ਇੱਥੇ ਵਿਦਿਆਰਥੀ ਆਪਣੀ ਮਿੱਟੀ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਆ। ਤੁਹਾਨੂੰ ਲੱਗਦਾ ਹੈ ਜਿਹੜੀ ਬੁਝਦੀ ਹੋਈ ਮੋਮਬੱਤੀ ਹੈ ਇਹਦੀ ਲੋ ਕੇਂਦਰ ਦੀ ਸਰਕਾਰ ਤੱਕ ਪਹੁੰਚੇਗੀ? ਅੱਜ ਤੱਕ ਵਿਦਿਆਰਥੀ ਚੋਣਾਂ ਦੇ ਵਿੱਚ ਵੀ ਕਾਫੀ ਲੰਬਾ ਸੰਘਰਸ਼ ਰਿਹਾ ਮੇਰਾ। ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਮਿਹਰ ਸਦਕਾ ਤੇ ਜੋ ਵੀ ਅੱਜ ਹੈਗੇ ਆ ਇਸ ਪੀਯੂ ਦੀ ਮਿੱਟੀ ਕਰਕੇ ਹੀ ਆ। ਕਿਉਂਕਿ ਜੇ ਇੱਥੋਂ ਸਾਨੂੰ ਪਲੇਟਫਾਰਮ ਨਾ ਮਿਲਦਾ ਤਾਂ ਸ਼ਾਇਦ ਸਾਡੀ ਆਵਾਜ਼ ਜਿਹੜੀ ਅੱਗੇ ਤੱਕ ਨਾ ਪਹੁੰਚਦੀ। ਸੋ ਅੱਜ ਜੇ ਤੁਸੀਂ ਇੱਥੇ ਦੇਖ ਸਕਦੇ ਹੋ ਜਿੰਨੇ ਵੀ ਲੀਡਰਸ ਨੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਨੇ, ਬਟ ਸਾਰੇ ਪੋਲੀਟੀਕਲੀ ਆਪਣੇ ਭੇਦਭਾਵ ਭੁਲਾ ਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਇਕੱਠੇ ਕਿਉਂ ਹੋਏ ਹਾਂ? ਸਾਡੀ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੇ ਲਈ। ਹੋਂਦ ਨੂੰ ਕਿਵੇਂ ਬਚਾਇਆ ਜਾ ਸਕਦਾ? ਕਿਉਂਕਿ ਜਿਹੜੇ ਇੱਥੇ ਉਹੀ RSS ਦਾ ਸਿਸਟਮ ਜਿਵੇਂ ਪੰਜਾਬ ਦੀ ਕਿਸਾਨੀ ਦੇ ਉੱਤੇ ਹਮਲਾ ਕਰਿਆ,
ਇਸੇ ਤਰ੍ਹਾਂ ਚੰਡੀਗੜ੍ਹ ਦੀ ਯੂਨੀਵਰਸਿਟੀ ਤੇ ਹਮਲਾ ਕਰ ਰਹੇ ਨੇ। ਯੂਨੀਵਰਸਿਟੀ ਇੱਕ ਬੜੇ ਡੈਮੋਕ੍ਰੈਟਿਕ ਸਿਸਟਮ ਨਾਲ ਚੱਲਦੀ ਆ। ਇੱਥੇ ਦੀ ਜਿਹੜੀ ਸੈਨੇਟ ਆ ਉਹ ਇਲੈਕਸ਼ਨਸ ਹੁੰਦੀਆਂ ਨੇ ਤੇ ਗ੍ਰੈਜੂਏਟ ਜਿੰਨੇ ਵੀ ਇੱਥੋਂ ਪਾਸ ਆਊਟ ਹੁੰਦੇ ਨੇ ਉਹਨਾਂ ਦੀ ਵੋਟ ਬਣਦੀ ਆ ਤੇ ਉਹ ਵੋਟਾਂ ਪਾ ਕੇ ਚੁਣਦੇ ਨੇ ਆਪਣੇ ਨੁਮਾਇੰਦਿਆਂ ਨੂੰ। ਫਿਰ ਸੈਨੇਟ ਸਾਰੇ ਡਿਸੀਜਨ ਲੈਂਦੀ ਆ ਤੇ ਅੱਜ ਜਿਹੜਾ ਵਾਈਸ ਚਾਂਸਲਰ ਜਿਨ੍ਹਾਂ ਨੂੰ ਪੰਜਾਬ ਤੇ ਪੰਜਾਬੀਅਤ ਬਾਰੇ ਕੁਝ ਨੌਲੇਜ ਹੀ ਹੈ ਨਹੀਂ, ਅੱਜ ਉਹ ਧੱਕਾ ਕਰ ਰਹੇ ਨੇ ਤੇ ਜਿਹੜੀ ਸੈਨੇਟ ਦੀ ਇਲੈਕਸ਼ਨ ਨੂੰ ਬਿਨਾਂ ਵਜ੍ਹਾ ਤੋਂ ਪੋਸਟਪੋਨ ਕਰ ਰਹੇ ਨੇ। ਸੋ ਇਸ ਤੋਂ ਬਾਅਦ ਇਹਨਾਂ ਦਾ ਫਿਰ ਵਾਰ ਚੱਲੂਗਾ ਪੂਟਾ ਤੇ, ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਆ। ਫਿਰ ਇਹਨਾਂ ਦਾ ਵਾਰ ਚੱਲੂਗਾ ਵਿਦਿਆਰਥੀ ਜਥੇਬੰਦੀ ਤੇ। ਇਹ ਕਬਜ਼ਾ ਕਰਨਾ ਚਾਹੁੰਦੇ ਨੇ, ਇਹ ਸਾਡੇ ਪੈਰਾਂ ਹੇਠੋਂ ਸਾਡੀ ਪੰਜਾਬ ਦੀ ਧਰਤੀ ਖੋਹਣਾ ਚਾਹੁੰਦੇ ਨੇ ਤੇ ਜਿੰਨਾ ਟਾਈਮ ਜਿਉਂਦੇ ਆ ਇਹ ਚੀਜ਼ ਤਾਂ ਨਹੀਂ ਹੋਣ ਦਿੰਦੇ, ਕਿਉਂਕਿ ਸਾਰੇ ਲੀਡਰਸ ਇੱਥੇ ਖੜੇ ਨੇ, ਕਿਉਂਕਿ ਇੱਥੋਂ ਹੀ ਪੈਦਾ ਹੋਏ ਨੇ ਸਾਰੇ। ਤੇ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਉਹ ਇਹ ਆ ਕਿ ਜਿਹੜੇ ਬੰਦੇ ਨੂੰ ਇੱਥੇ ਦਾ ਕਲਚਰ ਨਹੀਂ ਪਤਾ, ਪੰਜਾਬੀਅਤ ਬਾਰੇ ਨਹੀਂ ਪਤਾ, ਤੇ ਪੰਜਾਬ ਤੇ ਸੈਂਟਰ ਦਾ ਦੋਵਾਂ ਦਾ ਮਿਲ ਕੇ ਇਹ ਯੂਨੀਵਰਸਿਟੀ ਨੂੰ ਫੰਡਿੰਗ ਹੁੰਦੀ ਆ। ਤੇ ਅੱਜ ਇਹ ਸੈਂਟਰ ਕਿਉਂ ਅਜਿਹੇ ਡਿਸੀਜਨ ਲੈ ਰਹੀ ਆ, ਕਿਉਂ ਇੰਨਾ ਪੁਰਾਣਾ ਇਤਿਹਾਸ ਆ ਜਿਹੜਾ ਉਹਨੂੰ ਭੁਲਾ ਕੇ ਆਪਦੇ ਆਪ ਹੀ ਇੱਥੇ ਨੋਮੀਨੇਟ ਕਰਕੇ ਬੰਦਿਆਂ ਨੂੰ ਉਹਨਾਂ ਦੇ ਕਬਜ਼ੇ 'ਚ ਕਿਉਂ ਦੇਣਾ ਚਾਹੁੰਦੀ ਆ ਇਹ ਯੂਨੀਵਰਸਿਟੀ। ਤੁਸੀਂ ਦੇਖਿਆ ਹੋਣਾ ਟੀਚਰ ਸਾਹਿਬਾਨ ਵੀ ਬੋਲੇ ਨੇ, ਲੀਡਰ ਸਾਹਿਬਾਨ ਵੀ ਬੋਲੇ ਨੇ, ਸਾਡੇ ਸਾਰੀਆਂ ਐਸੋਸੀਏਸ਼ਨਸ ਇੱਥੇ ਬੋਲ ਕੇ ਗਈਆਂ ਨੇ। ਤਾਂ ਉਹਨਾਂ ਨੂੰ ਜੇ ਕੋਈ ਦੁੱਖ ਦਰਦ ਆ ਆਪਦੀ ਯੂਨੀਵਰਸਿਟੀ ਨਾਲ, ਤਾਂ ਮੈਨੂੰ ਲੱਗਦਾ ਇਸੇ ਕਰਕੇ ਅੱਜ ਸਾਰੇ ਸਿਰ ਨਾਲ ਸਿਰ ਜੋੜ ਕੇ ਖੜੇ ਨੇ। ਸਵਾਲ ਬੜਾ ਜਾਇਜ਼ ਵੀ ਸਮਝਦਾ, ਇਸ ਕਰਕੇ ਜਾਇਜ਼ ਸਮਝਦਾ ਕਿਉਂਕਿ ਕਿਸਾਨ ਇੱਕ ਪਾਸੇ ਸੜਕਾਂ ਤੇ ਨੇ, ਰੇਲਾਂ ਤੇ ਨੇ। ਸੜਕਾਂ ਤੋਂ ਕੋਸ਼ਿਸ਼ ਕੀਤੀ ਕਿ ਸੰਸਦਾਂ ਤੱਕ ਆਵਾਜ਼ਾਂ ਜਾਣ, ਪਰ ਪਹੁੰਚੀਆਂ ਨਹੀਂ। ਕਹਿੰਦੇ ਬੋਲੀ ਸਰਕਾਰ ਬੈਠੀ ਹੈ ਉੱਥੇ। ਇੱਥੇ ਜਦੋਂ ਤੁਹਾਡਾ ਭਾਸ਼ਣ ਸੁਣ ਰਿਹਾ ਸੀਗਾ ਉਦੋਂ ਇੱਕ ਚੀਜ਼ ਤੁਸੀਂ ਕਹੀ ਕਿ ਕੁਝ ਪੋਲੀਟੀਕਲ ਪਾਰਟੀਆਂ ਇੱਥੇ ਆਈਆਂ ਹੈਗੀਆਂ ਨੇ, ਉਹ ਕਿਤੇ ਨਾ ਕਿਤੇ ਕਿਸੇ ਗਲਤ ਮਨਸ਼ਾ ਦੇ ਨਾਲ, ਇਲ ਇੰਟੈਂਸ਼ਨ ਦੇ ਨਾਲ ਆਪਣੀ ਪਾਰਟੀ ਦਾ ਵੀ ਪ੍ਰਚਾਰ ਕਰਦੀਆਂ ਪਈਆਂ। ਕਿਵੇਂ ਇਸ ਨੂੰ ਅਲੱਗ ਕਰੋਗੇ ਕਿ ਕਿਉਂਕਿ ਜਦੋਂ ਸਿਆਸਤ ਵਿਚਕਾਰ ਆਉਂਦੀ ਹੈ ਨਾ, ਉਦੋਂ ਵੱਡੇ ਵੱਡੇ ਮੋਰਚੇ ਜਿਹੜੇ ਹੈਗੇ ਨੇ ਧਵਸਤ ਹੋ ਜਾਂਦੇ ਆ। ਦੇਖੋ ਜਿਹੜੇ ਤਾਂ ਇੱਥੇ ਯੂਨੀਵਰਸਿਟੀ ਦਾ ਪਾਰਟ ਨੇ ਉਹ ਤਾਂ ਨਹੀਂ ਬਿਲਕੁਲ ਵੀ ਇਹੀ ਜੀ ਕੋਈ ਗੱਲ ਕਰਦੇ, ਨਾ ਉਹਦੀ ਪਾਰਟੀ ਦੀ ਗੱਲ ਕਰਦੇ ਨੇ ਤੇ ਨਾ ਕਿਸੇ ਹੋਰ ਗੱਲ ਦੀ। ਜਿਹੜੇ ਕੁਝ ਅਜਿਹੇ ਬੰਦੇ ਆ ਜਾਂਦੇ ਨੇ ਜਿਹੜੇ ਇਸ ਕਲਚਰ ਨੂੰ ਨਹੀਂ ਸਮਝਦੇ, ਇਹ ਕਲਚਰ ਕੀ ਆ, ਇੱਥੇ ਇੰਨੇ ਲੀਡਰ ਕਿਉਂ ਇਕੱਠੇ ਨੇ, ਜਿਹੜੇ ਅੱਜ ਤੱਕ ਅਸੀਂ ਇੱਕ ਦੂਜੇ ਦੇ ਵਿਰੁੱਧ ਲੜੇ ਵੀ ਹਾਂ। ਬਹੁਤ ਕੁਝ ਹੋਇਆ ਸਾਡੇ 'ਚ ਸਟੂਡੈਂਟ ਇਲੈਕਸ਼ਨਸ ਦੇ ਟਾਈਮ। ਅੱਜ ਅਸੀਂ ਬਿਲਕੁਲ ਜੱਫੀਆਂ ਪਾ ਕੇ ਖੜੇ ਹਾਂ ਇੱਥੇ। ਕਿਉਂ ਖੜੇ ਹਾਂ? ਕਿਉਂਕਿ ਉਹ ਜਿਹੜਾ ਸਮਾਂ ਸੀਗਾ ਉਹ ਇੱਕ ਅਲੱਗ ਸਮਾਂ ਸੀਗਾ, ਜਿਹੜਾ ਹੁਣ ਸਮਾਂ ਇੱਕ ਹੋਰ ਸਮਾਂ। ਗੋਲਡੀ ਸਾਹਿਬ ਉਹ ਨਿਸ਼ਾਨਾ ਕਿਤੇ ਤੇ ਸੀਗਾ? ਨਿਸ਼ਾਨਾ ਮੈਂ ਨਹੀਂ ਕਹੂੰਗਾ, ਫਿਰ ਤਾਂ ਉਹੀ ਪੋਲੀਟੀਕਲ ਗੱਲ ਹੋ ਜੂਗੀ ਤੇ ਤੁਹਾਨੂੰ ਵੀ ਪਤਾ ਕੁਛ ਵੀ, ਯਾਨੀ ਕਿ ਉਹ ਥੋੜਾ ਜਿਹਾ ਉਸ ਤਰੀਕੇ ਨਾਲ ਮੈਨੂੰ ਅਸਲ ਫਰਸਟ ਡੇ ਤੋਂ ਅਸੀਂ ਜਿਸ ਦਿਨ ਪਹਿਲੀ ਮੀਟਿੰਗ ਕਰੀ ਤਾਂ ਉਸ ਦਿਨ ਇਹੀ ਗੱਲ ਕਰੀ, ਕਿਉਂਕਿ ਵਿੱਚ ਮਲਵਿੰਦਰ ਕੰਗ ਵੀ ਸੀਗੇ, ਨਾਗਰਾ ਭਾਜੀ ਵੀ ਸੀਗੇ, ਮੈਂ ਵੀ ਸੀਗਾ ਤੇ ਬਾਕੀ ਵੀ ਜਿਹੜੀਆਂ ਸਾਡੀਆਂ ਇੱਥੋਂ ਹੁਣ ਜਿਹੜੇ ਐਟ ਪ੍ਰੈਜ਼ੈਂਟ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਨੇ, ਸਾਰੇ ਨੁਮਾਇੰਦੇ ਜਿਹੜੇ ਯੂਨੀਵਰਸਿਟੀ ਨੂੰ ਲੀਡਰ ਸਾਹਿਬਾਨ ਨੇ ਉਹ ਸਾਰੇ ਸੀਗੇ। ਤਾਂ ਸਾਡਾ ਇਹੀ ਸੀਗਾ ਵੀ ਆਪਾਂ ਅਜਿਹੀ ਕੋਈ ਗੱਲ ਨਹੀਂ ਕਰਨੀ, ਆਪਾਂ ਸਿਰਫ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੀ ਗੱਲ ਕਰਨੀ ਆ। ਪਹਿਲਾਂ ਆਪਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਆ, ਬਾਅਦ 'ਚ ਆਪਾਂ ਅਹੁਦੇਦਾਰੀਆਂ ਨੇ, ਬਾਅਦ 'ਚ ਆਪਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਐਸੋਸੀਏਟਡ ਆ। ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਥੇ ਜਿਹੜਾ ਪ੍ਰੋਟੈਸਟ ਆ ਇਹਦੇ 'ਚ ਕੋਈ ਵੀ ਯਾਨੀ ਕਿ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਆਪਣਾ ਕੋਈ ਪੋਲੀਟੀਕਲੀ ਕੋਈ ਆਪਣੇ 'ਚ ਵਖਰੇਵੇਂ ਆਉਣ ਜਿਹੜੇ ਇਹ ਸਿਸਟਮ ਦੇ ਵਿੱਚ। ਇਹ ਸੰਘਰਸ਼ ਛੋਟਾ ਨਹੀਂ ਹੈਗਾ, ਲੰਬਾ ਹੈ, ਆਪਣੇ ਆਪ ਦੇ ਵਿੱਚ ਲੰਬਾ ਸੰਘਰਸ਼ ਹੈ। ਤੁਹਾਨੂੰ ਲੱਗਦਾ ਹੈ ਕਿ ਇੱਥੇ ਜਿਹੜੀ ਆਵਾਜ਼ਾਂ ਗੂੰਜਦੀਆਂ ਪਈਆਂ ਨੇ ਉੱਥੋਂ ਤੱਕ ਪਹੁੰਚਣਗੀਆਂ? ਜੇ ਨਹੀਂ ਪਹੁੰਚਦੀਆਂ ਤੇ ਫਿਰ ਕੀ ਉਹਦਾ ਅਗਲਾ ਕੀ ਤੁਸੀਂ ਰਣਨੀਤੀ ਕੀ ਹੈ ਤੁਹਾਡੀ? ਦੇਖੋ ਜੇ ਬੀਜੇਪੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਚਿਹਰੇ ਇਸੇ ਪੰਜਾਬ ਯੂਨੀਵਰਸਿਟੀ ਦੀ ਤੋਂ ਪੈਦਾ ਹੋ ਕੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਤੇ ਉਹਨਾਂ ਦੇ ਦਿਲ 'ਚ ਵੀ ਜ਼ਰੂਰ ਇਹ ਗੱਲ ਮਹਿਸੂਸ ਹੋਊਗੀ ਉਹਨਾਂ ਨੂੰ। ਤੇ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਟੱਚ ਆ ਤੇ ਉਹ ਕਦੇ ਵੀ ਇਹਦੇ ਨਾਲ ਧੱਕਾ ਨਹੀਂ ਹੋਣ ਦਊਗਾ, ਕਿਉਂਕਿ ਇੱਕ ਇੱਕ ਬੂਟੇ ਨਾਲ, ਇੱਕ ਇੱਕ ਦਰਖਤ ਨਾਲ, ਇੱਕ ਇੱਕ ਸੜਕ ਨਾਲ, ਇੱਕ ਇੱਕ ਕੰਟੀਨ ਨਾਲ ਸਾਡਾ ਪਿਆਰ ਆ। ਤੇ ਉਹਨਾਂ ਨੂੰ ਵੀ ਅਸੀਂ ਬਾਈ ਮੇਲ ਜਾਂ ਬਾਈ ਮੈਸੇਜ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਸਾਰਿਆਂ ਨਾਲ, ਤੇ ਕਾਫੀ ਬੰਦਿਆਂ ਨਾਲ ਸੰਪਰਕ ਹੋਇਆ ਵੀ ਆ। ਤੇ ਇਹ ਕੋਈ ਅਜਿਹੀ ਗੱਲ ਨਹੀਂ ਹੈਗੀ, ਕਿਉਂਕਿ ਅੱਜ ਤੱਕ ਘੋਲ ਹੀ ਲੜਦੇ ਆਏ ਆ, ਯੂਨੀਵਰਸਿਟੀ ਨਹੀਂ ਸਿਖਾਇਆ ਲੜਨਾ, ਐਜੀਟੇਸ਼ਨ ਕਰਨੇ। ਐਜੀਟੇਸ਼ਨ ਬਹੁਤ ਹੁੰਦੇ ਨੇ। ਮੇਰੇ ਗੁਰੂ ਨੇ ਜਿਨ੍ਹਾਂ ਤੋਂ ਮੈਂ ਥੋੜ੍ਹਾ ਜਿਹਾ ਸਿੱਖਿਆ, ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਵੀ ਘੋਲ 'ਚ ਜਦੋਂ ਪੈ ਗਏ ਤੁਸੀਂ ਕਿਸੇ ਐਜੀਟੇਸ਼ਨ ਦੇ ਵਿੱਚ, ਫਿਰ ਉਹਦਾ ਕੋਈ ਨਾ ਕੋਈ ਰਿਜ਼ਲਟ ਨਿਕਲਣਾ ਚਾਹੀਦਾ।
ਜੇ ਕੋਈ ਰਿਜ਼ਲਟ ਨਹੀਂ ਨਿਕਲਦਾ ਤਾਂ ਸਮਝ ਲਓ ਫਿਰ ਤੁਹਾਡੇ 'ਚ ਕੋਈ ਕਮੀ ਆ ਜਾਂ ਤੁਹਾਡੇ ਸਾਰਿਆਂ 'ਚ ਕੋਈ ਕਮੀ ਆ, ਤਾਂ ਅਸੀਂ ਇਹਦਾ ਰਿਜ਼ਲਟ ਜ਼ਰੂਰ ਦੇਵਾਂਗੇ ਤੇ ਸੈਨੇਟ ਦੇ ਇਲੈਕਸ਼ਨ ਜ਼ਰੂਰ ਹੋਣਗੇ। ਗੋਲੀ ਸਾਹਿਬ ਕਹਿੰਦੇ ਨੇ ਕਿ ਦੋ ਬੰਦਿਆਂ ਦੀ ਪਾਰਟੀ ਆ, ਇਹ ਦੋਵਾਂ ਦੀ ਚੱਲਦੀ ਹੈ ਬਸ ਉੱਥੇ। ਤੁਸੀਂ ਕਹਿੰਦੇ ਹੋ ਕਿ ਬੀਜੇਪੀ ਦੇ ਜਿਹੜੇ ਅੰਦਰ ਹੋਰ ਲੋਕ ਬੈਠੇ ਹੋਏ ਨੇ ਉਹਨਾਂ ਦੇ ਨਾਲ ਤੁਸੀਂ ਤਾਲਮੇਲ ਬਿਠਾਓਗੇ, ਤੁਹਾਨੂੰ ਲੱਗਦਾ ਉੱਥੇ ਕੋਈ ਸੁਣਵਾਈ ਹੋਣੀ ਹੈ? ਵੈਸੇ ਨਾ ਯਾਰ, ਮੈਂ ਸੱਚੀ ਗੱਲ ਕਰਾਂ, ਦਿਲੋਂ ਗੱਲ ਕਰਾਂ, ਮੈਨੂੰ ਪੋਲੀਟੀਕਲੀ ਨਾ ਇਹ ਗੱਲ ਨੂੰ ਮੇਰੀ ਪੋਲੀਟੀਕਲੀ ਨਾ ਸਮਝਿਓ। ਵਾਕਈ ਯਾਰ ਇੰਨਾ ਕਦੇ ਅੰਧਕਾਰ ਕਦੇ ਮੱਚਿਆ ਨਹੀਂ ਸੀ ਜਿਹੜਾ ਇਸ ਟਾਈਮ ਆ ਪੰਜਾਬ ਦੇ ਕਿਸਾਨ, ਠੀਕ ਹੈ ਨਾ। ਕਿੰਨਾ ਟਾਈਮ ਯਾਰ, ਕਿੰਨੇ ਦਿਨ ਹੋ ਗਏ ਸਾਡੀਆਂ ਮਾਵਾਂ ਸਵੇਰੇ 9 ਵਜੇ ਆ ਜਾਂਦੀਆਂ ਨੇ, ਸ਼ਾਮ ਨੂੰ 5 ਵਜੇ ਜਾਂਦੀਆਂ ਨੇ। ਬੱਚੇ ਕਿਵੇਂ 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 ਉਹ ਲੰਗਰ ਤਿਆਰ ਕਰਦੇ ਨੇ, ਕਿਵੇਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਯਾਰ ਇਹ ਕਾਹਦੇ ਪੋਲੀਟੀਕਲੀ ਪਾਰਟੀਆਂ ਨੂੰ ਚਲਾਉਂਦੇ ਨੇ। ਇਹਨਾਂ ਨੂੰ ਕੋਈ ਦਰਦ ਹੀ ਨਹੀਂ। ਆਪਾਂ ਕਿਉਂ ਲੀਡਰ ਬਣਦੇ ਆ? ਆਪਾਂ ਪੋਲੀਟੀਕਲੀ ਲੀਡਰ ਕੋਈ ਕੀ ਹੁੰਦਾ, ਉਹ ਕਿਉਂ ਕਿਸੇ ਨੂੰ ਵੋਟ ਪਾਉਂਦਾ ਕਿ ਇਹ ਸਾਡਾ ਕੁਝ ਸਵਾਰੂਗਾ? ਆਪਾਂ ਇਸ ਕਰਕੇ ਤਾਂ ਨਹੀਂ ਪਾਉਂਦੇ ਵੀ ਇਹ ਸਾਡਾ ਕੁਝ ਵਿਗਾੜੇ, ਅਸੀਂ ਇਸ ਕਰਕੇ ਇਹਨੂੰ ਜਿਤਾਉਣੇ ਆ। ਤੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਬਹੁਤ ਵੱਡੇ ਵੱਡੇ ਉਹ ਗਾਣਾ ਵੀ ਉੱਥੇ ਦੀ ਉੱਥੇ ਹੈ ਦਿੱਲੀ, ਲੱਖ ਰਾਜੇ ਬਹਿ ਉੱਠ ਗਏ, ਠੀਕ ਹੈ ਨਾ ਜੀ। ਤਾਂ ਬਹੁਤ ਆਉਂਦੇ ਨੇ, ਬਹੁਤ ਜਾਂਦੇ ਨੇ, ਤੇ ਇਹ ਗੁਰੂ ਮਹਾਰਾਜ ਦੀ ਰਜਾ ਤੇ ਉਹਨਾਂ ਦੀ ਕਿਰਪਾ। ਤੇ ਜਦੋਂ ਜ਼ਿਆਦਾ ਧੱਕਾ ਹੋਣ ਲੱਗ ਜੇ ਤੇ ਫਿਰ ਇੱਥੇ ਤਾਂ ਵੱਡੇ ਵੱਡੇ ਨਹੀਂ ਬਖਸ਼ੇ ਗਏ, ਇਹ ਫਿਰ ਕੀ ਚੀਜ਼ਾਂ ਨੇ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਮੈਟਰ ਨਹੀਂ ਕਰਦੀਆਂ, ਕਿਤੇ ਨਾ ਕਿਤੇ ਝੁਕਣਾ ਪਊਗਾ। ਸਾਡੇ ਜੋ ਸਿਸਟਮ ਆ ਨਾ, ਇਹ ਸਿਸਟਮ ਦੇ ਵਿੱਚ ਜਿੰਨੇ ਵੀ ਇੱਥੋਂ ਲੀਡਰ ਨਿਕਲੇ ਨੇ ਤੇ ਸਾਰੇ ਹੀ ਬੜੇ ਜੋਸ਼ੀਲੇ ਨੇ ਤੇ ਵਧੀਆ ਤਰੀਕੇ ਨਾਲ ਇੱਥੋਂ ਜਿਹੜਾ ਆਪਣੇ ਆਪ ਨੂੰ ਪ੍ਰੂਵ ਕਰਕੇ ਨਿਕਲੇ ਹੋਏ ਨੇ। ਤੇ ਜਦੋਂ ਇੰਨੇ ਬੰਦੇ ਇਕੱਠੇ ਹੋ ਜਾਣ ਸਾਰੀਆਂ ਪੋਲੀਟੀਕਲ ਬਾਉਂਡੇਸ਼ਨ ਤੋਂ ਪਰਾਂ ਹੋ ਕੇ, ਤੇ ਮੈਨੂੰ ਲੱਗਦਾ ਕਿ ਫਿਰ ਕੋਈ ਵੀ ਸੰਘਰਸ਼ ਇਹੋ ਜਿਹਾ ਨਹੀਂ ਹੋ ਸਕਦਾ ਜਿਹਦਾ ਰੂਪ ਰੇਖਾ ਨਾ ਬਣੇ ਤੇ ਅਸੀਂ ਨਾ ਜਿੱਤ ਸਕੀਏ। ਮਨ 'ਚ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ ਤੇ ਸਾਡੇ ਇਰਾਦੇ ਪੂਰੇ ਬੁਲੰਦ ਨੇ, ਅਸੀਂ ਜਿੱਤਾਂਗੇ। ਚਾਹੇ ਅੱਗੇ ਇੱਕ ਆ, ਚਾਹੇ ਅੱਗੇ ਦੋ ਨੇ, ਚਾਹੇ ਉਹ ਗੱਲ ਸੁਣ, ਚਾਹੇ ਉਹ ਨਾ ਸੁਣ। ਤੇ ਪਰ ਜਦੋਂ ਆਵਾਮ ਦੀ ਆਵਾਜ਼ ਹੁੰਦੀ ਆ ਤੇ ਉਹ ਸੁਣਨੀ ਪੈਂਦੀ ਆ, ਉਹ ਤੁਰ ਦਰਗਾਹ ਜਾ ਕੇ ਹਾਜ਼ਰੀ ਲੱਗਦੀ ਆ। ਕਿੰਨੇ ਹੀ ਫਨਕਾਰ ਨੇ ਸਾਡੀ ਯੂਨੀਵਰਸਿਟੀ ਦੇ। ਸਤਿੰਦਰ ਸਰਤਾਜ ਭਾਜੀ ਦੀ ਆਪਾਂ ਨੇ ਗੱਲ ਕਰੀ ਆ, ਬੱਬੂ ਮਾਨ ਦੀ ਆਪਾਂ ਬਾਈ ਦੀ ਗੱਲ ਕਰੀ ਆ। ਕਿੰਨੇ ਹੀ ਸਾਡੇ ਹੀਰੋ ਸਾਡੇ ਫਿਲਮ ਇੰਡਸਟਰੀ ਦੇ ਵਿੱਚ, ਠੀਕ ਹੈ ਨਾ। ਕਿੰਨੇ ਹੀ ਪੋਲੀਟੀਕਲ ਲੀਡਰ ਜਿਹੜੇ ਅੱਜ ਪੂਰਾ ਦੇਸ਼ ਦੇ ਵਿੱਚ ਸਿਸਟਮ ਨੂੰ ਚਲਾਉਣ ਦੇ ਵਿੱਚ ਲੱਗੇ ਹੋਏ ਨੇ। ਤਾਂ ਜਦੋਂ ਸਾਰੇ ਉੱਠਣਗੇ ਆਪਦੀ ਯੂਨੀਵਰਸਿਟੀ ਲਈ, ਅੱਜ ਅਸੀਂ ਬਹੁਤ ਵੀ ਜਾਣੀ ਕਿ ਬਹੁਤ ਛੋਟੇ ਸਮੇਂ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਅਗਲੀ ਜਿਹੜੀ ਰਣਨੀਤੀ ਹੋਊਗੀ ਉਹਦੇ 'ਚ ਤੁਸੀਂ ਦੇਖੋਗੇ ਕਿ ਹੋਰ ਵੀ ਵਧੀਆ ਤਰੀਕੇ ਨਾਲ ਸਾਰੇ ਬੰਦੇ ਇਹਦੇ 'ਚ ਸ਼ਾਮਿਲ ਹੋਣਗੇ ਤੇ ਅਸੀਂ ਜ਼ਰੂਰ ਜਿੱਤਾਂਗੇ, ਮੈਨੂੰ ਪੂਰੀ ਉਮੀਦ ਆ। ਰਾਹੁਲ ਗਾਂਧੀ ਸਾਹਿਬ ਦੁਬਾਰਾ ਟਰੈਕਟਰ ਤੇ ਬੈਠ ਕੇ ਨਜ਼ਰ ਆਣਗੇ ਇੱਥੇ ਰੋਸ ਪ੍ਰਦਰਸ਼ਨ ਕਰਦੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਲਈ? ਨਹੀਂ, ਮੈਂ ਪੋਲੀਟੀਕਲੀ ਕੋਈ ਬਿਆਨ ਨਹੀਂ ਦੇਣਾ ਇਸ ਚੀਜ਼। ਪੋਲੀਟੀਕਲ ਨਹੀਂ ਹੈਗਾ, ਭਵਿੱਖ ਦੇ ਭਲੇ ਦੇ ਲਈ ਮੈਂ ਪੁੱਛਦਾ ਪਿਆ। ਮੈਂ ਮੇਰੀ ਉਹਨਾਂ ਨਾਲ ਕੋਈ ਹਾਲੇ ਤਾਂ ਕੋਈ ਬਿਆਨ ਨਹੀਂ ਆਇਆ। ਹਾਂ, ਮੇਰੀ ਉਹਨਾਂ ਨਾਲ ਇਸ ਮੈਟਰ ਤੇ ਹਜੇ ਕੋਈ ਗੱਲ ਨਹੀਂ ਹੋ ਸਕੀ। ਉਮੀਦ ਹੈਗੀ ਹੈ? ਹਾਂ ਬਿਲਕੁਲ। ਦੇਖੋ ਸੀਐਮ ਸਾਹਿਬ ਨੇ ਬਿਲਕੁਲ ਲਿਖ ਕੇ ਭੇਜਿਆ, ਚਿੱਠੀ ਦਿੱਤੀ ਆ ਉਹਨਾਂ ਨੂੰ, ਬਾਈ ਮੇਲ ਵੀ ਕਰੀ ਆ ਵੀ ਇਹ ਚੀਜ਼ ਜਿਹੜੀ ਇਲੈਕਸ਼ਨ ਆ ਇਹ ਜਲਦੀ ਹੋਣੀ ਚਾਹੀਦੀ ਆ। ਤੇ ਮੈਨੂੰ ਲੱਗਦਾ ਕਿ ਜਿੱਥੇ ਸਾਰੇ ਅਸੀਂ ਖੜੇ ਆ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਖੜੇ ਆ ਤੇ ਸਾਰੀਆਂ ਇਕਜੁੱਟ ਨੇ ਇਸ ਮੁੱਦੇ ਦੇ ਉੱਤੇ। ਦੋਸਤੋ ਇਹ ਸੀਗੇ ਦਲਵੀਰ ਸਿੰਘ ਗੋਲਡੀ ਹੋਰੀ। ਇਹਨਾਂ ਦੇ ਨਾਲ ਗੱਲ ਕਰਨੀ ਇਸ ਕਰਕੇ ਜ਼ਰੂਰੀ ਸੀਗੀ ਕਿਉਂਕਿ ਹੱਥ ਦੇ ਵਿੱਚ ਮੋਮਬੱਤੀ ਫੜ ਕੇ ਇਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਜੋ ਹਨੇਰਾ ਕੇਂਦਰ ਦੇ ਵਿੱਚ ਬੈਠੀ ਸਰਕਾਰ ਦੇ ਉੱਤੇ ਛਾਇਆ ਹੋਇਆ ਉੱਥੇ ਥੋੜਾ ਜਿਹਾ ਉਜਾਲਾ ਹੋ ਜਾਵੇ। कैमरा पर्सन एसके दे नाल मैं लंकेश त्रिखा, रोजाना। नमस्कार दोस्तों, मेरा नाम है सिया मिनोचा और आज आप सभी के सामने मैं एक छोटी सी अपील लेके आई हूँ। मैंने अपनी ग्रेजुएशन और अपनी पोस्ट ग्रेजुएशन पंजाब यूनिवर्सिटी चंडीगढ़ कैंपस से की है। आप सभी जानते हैं कि पंजाब यूनिवर्सिटी देश की जानी मानी यूनिवर्सिटीज में से एक गिनी जाती है। मेरी ही तरह और आपकी तरह हजारों स्टूडेंट्स पंजाब यूनिवर्सिटी और उसके एफिलिएटेड 188 कॉलेजेस से हर साल अपनी पढ़ाई पूरी करके इस दुनिया में कदम रखते हैं। चाहे वो कोई भी फील्ड हो, उसमें पंजाब यूनिवर्सिटी के हर स्टूडेंट ने एक नया मुकाम हासिल किया है। पंजाब यूनिवर्सिटी की हिस्ट्री की बात करूं तो लाहौर में 1882 में पंजाब यूनिवर्सिटी का कैंपस एस्टैब्लिश हुआ था और 1947 में उसका एक कैंपस यहां चंडीगढ़ में एस्टैब्लिश किया गया था। उसी दौरान पंजाब यूनिवर्सिटी के रूल्स एंड रेगुलेशंस भी सेट किए गए थे, जिन रूल्स एंड रेगुलेशंस में एडमिनिस्ट्रेशन को इन चेक रखने के लिए एक ऑटोनॉमस बॉडी बनाई गई थी जिसे सेनेट कहा जाता है। हर साल उस सेनेट के इलेक्शंस कंडक्ट किए जाते हैं और उस सेनेट में हमारी सोसाइटी के अलग अलग वर्गों में से, चाहे वो ग्रेजुएट कॉन्स्टिट्यूएंसी हो, टीचर्स हो या और भी वर्ग हो, सभी की रिप्रेजेंटेशन दी जाती है। अनफॉर्चुनेटली जिस मुद्दे के बारे में मैं आपसे आज बात करना चाहती हूं वो यही मुद्दा है, हमारी पंजाब यूनिवर्सिटी के सेनेट के इलेक्शंस कंडक्ट नहीं करवाए जा रहे। आज की जो एडमिनिस्ट्रेशन है,
केंद्रीय सरकार के दबाव में आकर हमारी पंजाब यूनिवर्सिटी के जो पुरानी कार्यशाली है उसको रद्द करने की कोशिश में है। और आज मैं आप सभी से हाथ जोड़ के ये अपील करना चाहती हूँ, चाहे आप देश के या विदेश के किसी भी कोने में बैठे हैं, अगर आप पंजाब यूनिवर्सिटी से पढ़े हैं और इस इंस्टीट्यूशन को अपनी मां मानते हैं, तो मैं उम्मीद करती हूं कि इस प्रोटेस्ट में हमारा साथ आप जरूर देंगे। इसलिए हमने एक मुहिम जारी करी है जिसके रहते 20 तारीख शाम को 4 बजे हम सभी स्टूडेंट्स, पुराने स्टूडेंट्स चाहे वो किसी भी वर्ग से हो, स्टूडेंट सेंटर पंजाब यूनिवर्सिटी में एकत्रित हो रहे हैं। उम्मीद करती हूं कि ये वीडियो देखने के बाद इस ऑटोनॉमस बॉडी को डिसॉल्व करने के और इस इलेक्शन को ना करवाए जाने के लिए जो भी कुछ किया जा रहा है उस फैसले के खिलाफ खड़े होने के लिए और हमारा साथ देने के लिए आप लोग जरूर उपस्थित होंगे। धन्यवाद। नमस्कार मेरे पंजाब यूनिवर्सिटी को प्यार करने वाले सारे मेरे दोस्तों। 1882 पंजाब यूनिवर्सिटी एक्ट के तहत एक गवर्निंग बॉडी बनाई गई थी जिसको हम सेनेट कहते हैं, जिसका काम होता है कि यूनिवर्सिटी की सारी जो वर्किंग है उसके ऊपर चेक रखना और जो स्टूडेंट के इशू हैं उनको फर्दर आगे जाके रेज करना। तो जो हमारे वीसी सर हैं उनको कहीं ना कहीं आज के टाइम में ये बात हजम नहीं हो रही है कि जो यूनिवर्सिटी का डेमोक्रेटिक स्ट्रक्चर है मैं उसको रहने कैसे दूं। वो चाहते हैं कि मैं सारा जो यूनिवर्सिटी का डेमोक्रेटिक स्ट्रक्चर है उस सबको डिमोलिश कर दूं। और 2 बार उन्होंने ट्राई की है कि इलेक्शन जो सेनेट के हैं वो कंडक्ट ना हो सके। पहले तो उन्होंने बहाना लगाया कि कोविड-19 है और उसके बाद उन्होंने दूसरा बहाना लगाया कि जो चंडीगढ़ एडमिनिस्ट्रेशन है वो कह रही है कि जो इलेक्शन है सेनेट के वो कहीं ना कहीं कंडक्ट नहीं हो सकते। बट ये सरासर झूठ है। चंडीगढ़ एडमिनिस्ट्रेशन ने सीधे तौर पे बोला है कि आप तैयारी करिए इलेक्शंस कंडक्ट करवाने की, हम आपका साथ देंगे। पर आज मैं आप सब लोगों को ये बताना चाहूंगा कि कहीं ना कहीं हमारी जो यूनिवर्सिटी है वो आज खतरे में है। हमें सबको इकट्ठा होके हमारी यूनिवर्सिटी को बचाना होगा। हमारी यूनिवर्सिटी की इंडिपेंडेंस बचानी होगी, ऑटोनॉमी बचानी होगी, डिक्टेटरशिप से बचाना होगा हमें अपनी यूनिवर्सिटी को। तो आज हम जो भी हैं, अगर हमें कोई 4 जने जानते हैं तो सिर्फ और सिर्फ पंजाब यूनिवर्सिटी के कारण जानते हैं। तो दोस्तों आज वक्त आ गया है हमें वापस यूनिवर्सिटी को ये चीज देने का जो यूनिवर्सिटी ने हमें दी है। तो मैं आप सबसे अपील करता हूं कि कल को हम एक मास एजिटेशन करने वाले हैं। 4 बजे कैंडल मार्च करेंगे वीसी ऑफिस से लेके वीसी सर के घर तक। तो मैं आप सारे स्टूडेंट से अपील करता हूं कि ये मेरा अकेले का मुद्दा नहीं है, एक किसी पार्टी का मुद्दा नहीं है, सारी पार्टी से अपील है, सारे पंजाब यूनिवर्सिटी स्टूडेंट से अपील है कि आप कल ज्यादा से ज्यादा संख्या में इकट्ठे होएं ताकि हम जो ये लोकतंत्र की हत्या है जो वीसी सर हमारी यूनिवर्सिटी में करना चाहते हैं सेनेट को भंग करके, इसको कहीं ना कहीं हम होने से बचाएं। तो आइए साथियों, कल को 4 बजे वीसी सर के ऑफिस हम इकट्ठे होते हैं और वहां से कैंडल मार्च शुरू करते हैं। और जो डिक्टेटरशिप जो इन्होंने पूरे देश में फैलाई हुई है वो यूनिवर्सिटी में फैलाना चाहते हैं उसको रोकें और जो अपनी यूनिवर्सिटी की डेमोक्रेसी है, ऑटोनॉमी है, उसको हम मेंटेन रखें। तो मेरी यही सबसे अपील है कि कल को साढ़े 4 बजे आएं और इसके खिलाफ जितनी ज्यादा से ज्यादा आवाज उठा सकते हैं इसके ऊपर आवाज उठाएं। सेव पीयू। धन्यवाद। नमस्कार, आदाब, सत श्री अकाल दोस्तों। मैं मनप्रीत सिंह महल, पंजाब यूनिवर्सिटी कैंपस स्टूडेंट काउंसिल 2019-20 का जॉइंट सेक्रेटरी। दोस्तों, पिछला 1 साल हमारी ज़िंदगी में एक ऐसा दौर रहा है जिसमें कईयों ने सपने गंवाए हैं तो कईयों ने अपने गंवाए हैं। बस ऐसा ही कुछ होने जा रहा है हमारी पंजाब यूनिवर्सिटी के डेमोक्रेटिक स्ट्रक्चर के साथ। सेनेट सिंडिकेट के इलेक्शन जो कि पिछले 3-4 महीनों में अब तक करवाए जा चुके होने चाहिए थे, वो अब तक नहीं करवाए गए हैं और इसके पीछे रीज़न दिया जा रहा है कोविड-19 पैंडमिक। मैं अपने वाइस चांसलर जी से एक सीधा सवाल पूछना चाहूँगा कि जब पिछले 3-4 महीनों में इसी पैंडमिक के दौरान कई स्टेट्स में इलेक्शंस और बाई इलेक्शंस करवाए जा चुके हैं, तो सेनेट सिंडिकेट का इलेक्शन करवाना इनके लिए कौन सी बड़ी बात है। ये कहते हैं कि न्यू एजुकेशन पॉलिसी के तहत हम सेनेट और सिंडिकेट को बोर्ड ऑफ गवर्नर्स के थ्रू रिप्लेस करेंगे। वाइस चांसलर जी, पंजाब यूनिवर्सिटी कोई कल की या परसों की बनाई हुई यूनिवर्सिटी नहीं है। ये एक यूनिवर्सिटी ही नहीं बल्कि एक विरासत है जो कि हमारे पूर्वज लाहौर से 1947 में लेकर भारत आए थे और इसी विरासत को बाखूबी आगे बढ़ाया है हमारे सेनेट और सिंडिकेट ने। आज पंजाब यूनिवर्सिटी का अगर शिक्षा के क्षेत्र में ना सिर्फ देश में बल्कि पूरे जहान में
एक नाम है तो उसके पीछे सेनेट और सिंडिकेट का बहुत बड़ा योगदान है। और हम चाहते हैं कि आप सेनेट और सिंडिकेट के इलेक्शन को करवाइए और इस डेमोक्रेटिक ढांचे को इस तरीके से ख़त्म ना कीजिए। और इसी के तहत NSUI पंजाब यूनिवर्सिटी ने एक रिप्रेजेंटेशन दी थी हमारे ऑनरेबल वाइस चांसलर जी को और UT एडमिनिस्ट्रेटर को कि सेनेट सिंडिकेट के इलेक्शन जल्द से जल्द करवाए जाने चाहिए, लेकिन उसका कोई भी जवाब अभी तक हमें नहीं मिला है। और कल हम इसी के तहत एक सिंबॉलिक प्रोटेस्ट कैंडल मार्च फ्रॉम स्टूडेंट सेंटर पंजाब यूनिवर्सिटी शाम 4 बजे दिनांक 20 नवंबर को करने जा रहे हैं। और हम चाहते हैं कि पंजाब यूनिवर्सिटी के जो भी एलुमनाई, स्टूडेंट्स, टीचर्स या कोई भी कर्मचारी जो कि पंजाब यूनिवर्सिटी से जुड़ा हुआ है वो हमारे साथ इस कैंडल मार्च को ज्वाइन करे और हम इस सेनेट और सिंडिकेट के इलेक्शंस करवाने और इस लोकतांत्रिक ढांचे को ना ख़त्म होने की आवाज़ ना सिर्फ वाइस चांसलर बल्कि UT एडमिनिस्ट्रेशन और भारत सरकार के कानों तक पहुंचा सके। धन्यवाद। जय हिंद। सत श्री अकाल जी सारिਆਂ ਨੂੰ। मैं ਤੁਹਾਡੀ ਆਪਣੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਦੋਸਤੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੀ ਹਾਂ ਤੇ ਪੰਜਾਬ ਯੂਨੀਵਰਸਿਟੀ ਦੇ ਕਰਕੇ ਹੀ ਜੋ ਕੁਝ ਵੀ ਹੈਗੇ ਆ ਅੱਜ ਹੈਗੇ ਆ, ਜੋ ਵੀ ਚਾਹੇ ਮੈਂ ਆ ਜਾਂ ਮੇਰੇ ਨਾਲ ਦੇ ਹੋਰ ਉਹ ਸਟੂਡੈਂਟਸ ਕਹਿ ਲਓ ਜਾਂ ਉਹ ਲੋਕ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਸਟੱਡੀ ਕੀਤੀ ਆ ਜਾਂ ਜਿਨ੍ਹਾਂ ਨੇ ਉੱਥੇ ਦੀ ਜਿਹੜੀ ਵਿਦਿਆਰਥੀ ਰਾਜਨੀਤੀ ਸੀਗੀ, ਜਿਹੜੀ ਸਟੂਡੈਂਟ ਪੋਲੀਟਿਕਸ ਸੀ, ਉਹਦੇ ਵਿੱਚ ਵੀ ਐਕਟਿਵਲੀ ਪਾਰਟਿਸਿਪੇਟ ਕਰਦੇ ਰਹੇ ਨੇ। ਸੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਹਾਂ, ਖਾਸ ਕਰਕੇ ਜਿਹੜੇ ਵੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਨੇ, ਚਾਹੇ ਉਹ ਪੰਜਾਬ ਯੂਨੀਵਰਸਿਟੀ ਦੇ ਐਕਸ ਸਟੂਡੈਂਟ ਲੀਡਰਸ ਨੇ, ਚਾਹੇ ਉਹਨਾਂ ਦੇ ਸਪੋਰਟਰਸ ਨੇ, ਚਾਹੇ ਕੋਈ ਵੀ ਨੇ। ਗੱਲ ਇਹ ਆ ਕਿ ਸਾਡੀ ਪੰਜਾਬ ਯੂਨੀਵਰਸਿਟੀ ਹੈਗੀ ਆ ਜਿਹੜੀ ਇਹ ਹਿਸਾਬ ਲਾ ਲਓ ਕਿ ਪੰਜਾਬ ਦਾ ਮਾਣ ਆ, ਤੇ ਇੱਕ ਪੰਜਾਬ ਯੂਨੀਵਰਸਿਟੀ ਦੇ ਕਰਕੇ ਹੀ ਸਾਡੀ ਜਿਹੜੀ ਪੰਜਾਬ ਦੀ ਦਾਅਵੇਦਾਰੀ ਹੈਗੀ ਆ ਚੰਡੀਗੜ੍ਹ ਦੇ ਉੱਤੇ ਬਣਦੀ ਆ। ਤੇ ਪੰਜਾਬ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ ਮੈਕਸਿਮਮ ਜਿਹੜੇ ਮਾਲਵਾ ਬੈਲਟ ਦੇ ਜਿਹੜੇ ਕਾਲਜਸ ਨੇ ਉਹ ਐਫੀਲੀਏਟਡ ਨੇ ਤੇ ਪੰਜਾਬ ਗਵਰਨਮੈਂਟ ਦੇ ਫੰਡ ਦੇ ਉੱਤੇ ਹੀ ਪੰਜਾਬ ਯੂਨੀਵਰਸਿਟੀ ਜਿਹੜੀ ਚੱਲਦੀ ਹੈ। ਜਿਹੜੀ ਇਹਨਾਂ ਦੇ ਟੀਚਰਸ ਦੀ ਪੰਜਾਬ ਯੂਨੀਵਰਸਿਟੀ ਦੀ ਸੈਲਰੀਜ਼ ਹੈਗੀਆਂ ਨੇ ਉਹ ਵੀ ਜਿਹੜੇ ਹੈਗੀ ਆ ਪੰਜਾਬ ਦੀ ਗਵਰਨਮੈਂਟ ਦੁਆਰਾ ਹੀ ਪੇ ਹੁੰਦੀਆਂ ਨੇ ਤੇ ਜਿਹੜੀਆਂ ਹੋਰ ਫੀਸਿਸ ਐਂਡ ਉਹ ਸਾਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ। ਸੋ ਗੱਲ ਇਹ ਹੈਗੀ ਆ ਕਿ ਮੈਕਸਿਮਮ ਜਿਹੜੇ ਹੈਗੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਪੜ੍ਹਦੇ ਨੇ ਉਹ ਵੀ ਜ਼ਿਆਦਾਤਰ ਪੰਜਾਬ ਨੂੰ ਬਿਲੋਂਗ ਕਰਦੇ ਨੇ। ਸੋ ਗੱਲ ਇਹ ਹੈਗੀ ਆ ਕਿ ਗੱਲ ਹੁਣ ਆ ਗਈ ਆ ਸਾਡੀ ਪੰਜਾਬ ਯੂਨੀਵਰਸਿਟੀ ਦੀ। ਸਾਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਆ ਇਹਦੀਆਂ ਮਾਰੂ ਨੀਤੀਆਂ ਬਾਰ-ਬਾਰ ਪੰਜਾਬ ਦੇ ਵਿਰੋਧੀ ਲਗਾ ਲਓ ਜਾਂ ਹੋਰ ਜਿਹੜੇ ਵੀ ਪ੍ਰਾਂਤ ਹੈਗੇ ਨੇ ਉਹਨਾਂ ਦੇ ਵਿਰੋਧੀ ਹੀ ਰਹੀਆਂ ਨੇ, ਕਿਉਂਕਿ ਇਹ ਇੱਕ ਨੇਸ਼ਨ, ਇੱਕ ਰਾਸ਼ਟਰ, ਇੱਕ ਭਾਸ਼ਾ ਤੇ ਪਹਿਲਾਂ ਪਿੱਛੇ ਆਪਣੇ ਇੱਕ ਕਿਸਾਨ ਕਾਨੂੰਨ, ਇੱਕ ਮੰਡੀ ਦੀ ਗੱਲ ਕਰਕੇ ਇਹਨਾਂ ਨੇ ਪਹਿਲਾਂ ਹੀ ਸਾਡੇ ਜਿਹੜੇ ਕਿਸਾਨ ਵੀਰ ਹੈਗੇ ਨੇ ਉਹ ਸੜਕਾਂ ਦੇ ਉੱਤੇ ਬੈਠੇ ਨੇ। ਇਹ ਅਸੀਂ ਸਾਰੇ ਜਾਣੇ ਆ, ਅਸੀਂ ਸਾਰੇ ਹੀ ਐਕਟਿਵਲੀ ਉਸ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰ ਹੀ ਰਹੇ ਹਾਂ। ਤੇ ਹੁਣ ਇਹਨਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੀ ਸੈਨੇਟ ਨੂੰ ਭੰਗ ਕਰਨ ਜਾ ਰਹੀ ਆ ਤੇ ਇਹ ਵੀ ਸਾਡੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਅਟੈਕ ਆ। ਤੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਫਾਰਮਰ ਜਿਹੜੇ ਵੀ ਸਟੂਡੈਂਟ ਲੀਡਰਸ ਲਗਾ ਲਓ ਜਾਂ ਜਿਹੜੇ ਵੀ ਇਹਦੇ ਵਿੱਚ ਐਕਟਿਵਿਸਟ ਸੀਗੇ, ਅਸੀਂ ਸਾਰੇ ਇਕੱਠੇ ਹੋਏ ਸੀਗੇ ਤੇ ਅਸੀਂ ਸਾਰਿਆਂ ਨੇ ਆਪਣੀਆਂ ਪੋਲੀਟੀਕਲ ਜੋ ਵੀ ਐਫੀਲੀਏਸ਼ਨ ਆ ਜਿਹੜੇ ਵੀ, ਕਿਉਂਕਿ ਉਹਦੇ ਵਿੱਚ ਸਭ ਬਹੁਤ ਵਧੀਆ ਗੱਲ ਆ ਕਿ ਉਹਦੇ ਵਿੱਚ ਆਈ ਥਿੰਕ BJP ਤੋਂ ਛੱਡ ਗਏ ਸੀ ਮਲਵਿੰਦਰ ਸਿੰਘ ਕੰਗ ਭਾਜੀ ਹੈਗੇ ਆ ਤੇ ਆਪਣਾ ਹੁਣ ਉੱਥੇ ਜਿਹੜਾ ਕਾਉਂਸਲ ਦਾ ਪ੍ਰੈਜ਼ੀਡੈਂਟ ਹੈਗਾ ਆ ਉਹ SOI ਪਾਰਟੀ ਜੋ ਅਕਾਲੀ ਦਲ ਦੀ ਪਾਰਟੀ ਆ। ਫਿਰ ਉੱਥੇ ਆਪ ਤੇ ਕਾਂਗਰਸ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਉਹ ਸਾਰੇ ਜਾਣੇ ਆਪਦੀਆਂ ਪੋਲੀਟੀਕਲ ਐਫੀਲੀਏਸ਼ਨ ਨੂੰ ਪਿੱਛੇ ਛੱਡ ਕੇ, ਜਿਨ੍ਹਾਂ ਵਿੱਚ ਕੁਲਜੀਤ ਨਾਗਰਾ ਬਾਈ, ਬਰਿੰਦਰ ਢਿੱਲੋਂ ਤੇ ਦਲਵੀਰ ਗੋਲਡੀ
ਤੇ ਹੋਰ ਸਿਮਰਨ ਢਿੱਲੋਂ ਵਰਗੇ ਜੋ ਅਕਾਲੀ ਦਲ ਦੇ ਵਿੱਚ ਹੈਗੇ ਨੇ, ਰੋਬਿਨ ਬਰਾੜ ਹੁਣੇ ਹੈਗੇ ਨੇ, ਤੇ ਰੇਸ਼ਮ ਗੋਦਾਰਾ ਜੋ ਆਪ ਪਾਰਟੀ ਦੇ ਵਿੱਚ ਆ, ਇਹ ਸਾਰੇ ਸਾਡੇ ਜਿੰਨੇ ਵੀ ਮਨਜਿੰਦਰ ਭੁੱਲਰ, ਮੈਂ ਮਤਲਬ ਕਿਹਦਾ ਨਾਮ ਲਵਾਂ, ਜੋ ਵੀ ਅਲੱਗ-ਅਲੱਗ ਪਾਰਟੀਆਂ ਜਾਂ ਅਲੱਗ-ਅਲੱਗ ਐਸੋਸੀਏਸ਼ਨ ਦੇ ਵਿੱਚ ਸੀਗੇ, ਪੰਜਾਬ ਯੂਨੀਵਰਸਿਟੀ ਦੇ ਲਈ ਸਾਰੇ ਜਾਣੇ ਆਪਦੀਆਂ ਪੋਲੀਟੀਕਲ ਐਫੀਲੀਏਸ਼ਨ ਪਿੱਛੇ ਛੱਡ ਕੇ ਇਕੱਠੇ ਹੋਏ ਆ। ਤੇ ਕਨੂਪ੍ਰਿਆ ਜੋ ਕਿ ਇੱਕ ਲੈਫਟ ਵਿੰਗ ਦੀ ਹੈਗੀ ਆ, ਜੋ SFS ਦੀ ਪ੍ਰੈਜ਼ੀਡੈਂਟ ਰਹੀ ਆ ਪੰਜਾਬ ਯੂਨੀਵਰਸਿਟੀ ਦੀ, ਮੈਂ NSUI ਦੇ ਵਿੱਚ ਰਹੀ, ਅਸੀਂ ਪਹਿਲਾਂ ਸੋਪੂ ਦੇ ਵਿੱਚ ਹੁੰਦੇ ਸੀਗੇ। ਸੋ ਅਸੀਂ ਸਾਰੇ ਜਾਣੇ ਹੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ 20 ਤਰੀਕ ਨੂੰ, ਮਤਲਬ ਪਰਸੋਂ 20 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਟੈਸਟ ਰੱਖ ਰਹੇ ਹਾਂ। ਤੇ ਇਹ ਪ੍ਰੋਟੈਸਟ ਵੀ ਸਾਡਾ ਉਸੇ ਤਰ੍ਹਾਂ ਦਾ ਸੰਘਰਸ਼ ਹੈ, ਜਦ ਤੱਕ ਸਾਡੀਆਂ ਸੈਨੇਟ ਦੀਆਂ ਵੋਟ ਨਹੀਂ ਹੋਣਗੀਆਂ ਤਾਂ ਉਨੀ ਦੇਰੇ ਸਾਡਾ ਪ੍ਰੋਟੈਸਟ ਵੀ ਕੰਟੀਨਿਊ ਰਹੇਗਾ। ਤੇ ਹੁਣ ਮੇਰੀ ਪੰਜਾਬ ਯੂਨੀਵਰਸਿਟੀ ਦੇ ਐਕਸ ਸਟੂਡੈਂਟਸ, ਚਾਹੇ ਉਹ ਅੱਜ ਕੋਈ ਆਫਿਸਰ ਬਣ ਚੁੱਕੇ ਨੇ, ਚਾਹੇ ਉਹ ਕੋਈ ਜੱਜ ਬਣ ਚੁੱਕੇ ਨੇ, ਚਾਹੇ ਉਹ ਪੋਲੀਟੀਸ਼ੀਅਨ ਨੇ, ਚਾਹੇ ਉਹ ਡਾਕਟਰਸ ਨੇ, ਚਾਹੇ ਇੰਜੀਨੀਅਰ ਨੇ, ਚਾਹੇ ਲਾਇਰਸ ਨੇ, ਸੋ ਚਾਹੇ ਉਹ ਕੁਝ ਵੀ ਨਹੀਂ ਹੈਗੇ, ਉਹ ਘਰਾਂ ਦੇ ਵਿੱਚ ਹੀ ਬੈਠੇ ਨੇ, ਖੇਤੀ ਕਰਦੇ ਨੇ, ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ 20 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਪਹੁੰਚੋ, ਕਿਉਂਕਿ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ। ਆਓ ਆਪਾਂ ਆਪਣੇ ਪਰਸਨਲ ਇੰਟਰਸਟ ਨੂੰ ਪਿੱਛੇ ਛੱਡ ਕੇ ਆਪਣੀ ਯੂਨੀਵਰਸਿਟੀ ਲਈ ਖੜੇ ਹੋਈਏ, ਕਿਉਂਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਮਾਣ ਆ। ਤੇ ਜੇ ਸਾਡੀ ਯੂਨੀਵਰਸਿਟੀ ਨੂੰ ਹੀ ਮਤਲਬ ਸਾਡੇ ਤੋਂ ਇਹ ਲਾ ਲਓ ਕਿ ਸਾਡੇ ਹੱਥੋਂ ਖੋਹ ਲਿਆ ਗਿਆ, ਜਿਹਦੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਹੀ ਪੰਜਾਬ ਦਾ ਅਧਿਕਾਰ ਆ ਉਹ ਖਤਮ ਕਰ ਦਿੱਤਾ ਗਿਆ, ਤਾਂ ਦੋਸਤੋ ਸਾਡੇ ਲਈ ਬਹੁਤ ਹੀ ਮਾੜੀ ਗੱਲ ਹੋਵੇਗੀ। ਤੇ ਇਹ ਜਿਵੇਂ ਕਾਨੂੰਨ ਬਣਾ ਕੇ, ਜਿਹੜੇ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਇਹਨਾਂ ਨੇ ਸਾਡੀ ਰੀੜ੍ਹ ਦੀ ਹੱਡੀ ਦੇ ਉੱਤੇ ਅਟੈਕ ਕੀਤਾ ਸੀ, ਕਿਸਾਨ ਮੂਵਮੈਂਟ ਲਈ ਉਸੇ ਤਰ੍ਹਾਂ ਵਚਨਬੱਧ ਹੈਗੇ ਆ। ਤੇ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈਗਾ, ਜਿਵੇਂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਦੇਣਗੀਆਂ ਹੁਕਮ, ਤੇ ਅਸੀਂ ਉਸ ਤਰੀਕੇ ਨਾਲ ਉੱਥੇ ਜਾਵਾਂਗੇ। ਤੇ ਨਾਲ ਦੀ ਨਾਲ ਸਾਡਾ ਇਹ ਸੰਘਰਸ਼ ਵੀ ਚੱਲਦਾ ਰਹੇਗਾ। ਤੇ ਬਸ ਹੱਥ ਜੋੜ ਕੇ ਬੇਨਤੀ ਆ, ਪਲੀਜ਼ ਪਰਸੋਂ ਨੂੰ ਸਾਰੇ ਜਾਣੇ ਉੱਥੇ ਜ਼ਰੂਰ ਪਹੁੰਚੋ। ਸਾਨੂੰ ਸਾਰਿਆਂ ਦੇ ਸਾਥ ਦੀ ਲੋੜ ਆ, ਚਾਹੇ ਕੋਈ ਕਲਾਕਾਰ ਆ, ਚਾਹੇ ਕੋਈ ਵੀ ਆ। ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਪੰਜਾਬ ਦੇ ਹਰ ਵਸਨੀਕ ਦਾ ਫਰਜ਼ ਆ, ਹਰਿਆਣੇ ਦਿਆਂ ਦਾ ਵੀ ਫਰਜ਼ ਹੈਗਾ, ਕਿਉਂਕਿ ਉੱਥੇ ਦੇ ਵੀ ਬਹੁਤ ਸਾਰੇ ਲੀਡਰਸ ਹੈਗੇ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਨਿਕਲ ਕੇ ਗਏ ਨੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਪਲੀਜ਼ ਆਓ ਆਪਾਂ ਸਾਰੇ ਜਣੇ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਬਚਾਈਏ। ਇਹ ਨਿਊ ਇਕਨੋਮਿਕ ਪਾਲਿਸੀ ਦੇ ਨਾਮ ਹੇਠ ਜਿਹੜੀ ਸਾਡੀ ਸੈਨੇਟ ਨੂੰ ਖਤਮ ਕਰ ਰਿਹਾ, ਜਿਹੜਾ ਇੱਕ ਡੈਮੋਕ੍ਰੈਟਿਕ ਸਿਸਟਮ ਆ ਉਹਨਾਂ ਨੂੰ ਖਤਮ ਕਰ ਰਿਹਾ। ਸੋ ਪਲੀਜ਼ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਪੰਜਾਬ ਯੂਨੀਵਰਸਿਟੀ ਨੂੰ ਸਭ ਦੀ ਲੋੜ ਆ, ਪਲੀਜ਼ ਆ ਜਾਓ ਆਪਾਂ ਸਾਰੇ ਇਕੱਠੇ ਹੋ ਕੇ ਇਹਦਾ ਪ੍ਰੋਟੈਸਟ ਕਰੀਏ ਤੇ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਸੈਨੇਟ ਦੀਆਂ ਇਲੈਕਸ਼ਨ ਆ ਬਹਾਲ ਕਰੀਏ। ਪੰਜਾਬ ਯੂਨੀਵਰਸਿਟੀ ਸਟੂਡੈਂਟ ਸੈਂਟਰ ਤੇ ਬਾਕੀ ਜੋ ਵੀ ਹੋਊਗਾ ਮੈਂ ਮੈਸੇਜ ਤੇ ਕਨਵੇ ਕਰ ਦਾਂਗੀ ਪੋਸਟ ਪਾ ਕੇ ਕਿ ਕਿੰਨੇ ਵਜੇ ਕਿੱਥੇ ਪ੍ਰੋਟੈਸਟ ਹੈ। ਬਸ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਆ ਜਾਓ ਸਾਰੇ ਰਲ ਕੇ ਕਿਸਾਨ ਅੰਦੋਲਨ ਦੇ ਨਾਲ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦਾ ਵੀ ਜਿਹੜਾ ਹੈਗਾ ਆ ਅੰਦੋਲਨ ਆ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ। ਧੰਨਵਾਦ ਜੀ।